परम सत्कारयोग जुगो जुग अटल चवर छतर तखत दे मालक पतित पावन कृपा निधान वालिए कुल आलम ज्ञान दे सागर गुरबाणी दे मुजस्समे सरवरे कायनात दीन दुनिया दे पातशाह दीन दुनिया दे रहबर समुची ही मानवता दी एक लौती आस धन धन साहिब श्री गुरु ग्रंथ साहिब सच्चे पातशाह महाराज जी दी पावन अते पवित्र हजूरी दे विच सुभाएमान गुरु प्यारी गुरु सवारी गुरु जी का खास रूप गुरु रूप खालसा साध संगत जी वडभागे हाँ बहुत वड्डे भाग ने साडे सारियां दे जो साहिबां दी पावन गोद विच बैठण दा ये सुभाग समा प्राप्त होया है। साध संगत अज समुचे संसार दे विच समुचे विश्व दे विच नौवें नानक धन धन साहिब श्री गुरु तेग बहादुर सच्चे पातशाह महाराज जिन्हां दा शहीदी दिहाड़ा बहुत ही शरधा अते भावना दे नाल मनाया जा रहा है। सद संगत किसी विद्वान ने बड़ा सोहना लिखिया है, वो कहंदा जद डुलदा खून शहीदां दा तकदीर बदलदी कौमां दी रंबियां नाल खोपड़ लह जांदे तस्वीर बदलदी कौमां दी जद तारे तोड़े अखियां दे रूहां विच चानण हो जावे जद उसरे कंध मसूमां दी ढट्ठी होई कौम खलो जावे ढट्ठी होई कौम खलो जावे। किसे कौम दी शक्ति जे देखनी है कदे गिणो ना उस दे मरीद किन्ने बंदे गिणो ना सगो यह करो गिणती उस कौम विच होए शहीद किन्ने। आओ साध संगत आप सरबत संगत दे नाल गुरमत विचारां दी सांझ पाउणी है। बड़े प्यार दे नाल बड़ी भावना दे नाल बड़ी इकाग्रता दे नाल सतगुरु पातशाह जी दी पावन गोद दे विच बैठ के आपां विचारां सरवण करनियां ने। विचारां दी प्रारंभता करन तो पहलां दशमेश पिता सरबंसदानी धन साहिब श्री गुरु गोबिंद सिंह सच्चे पातशाह महाराज वल्लों बख्शिश कीती हुई फतेह नाल सांझ पाइए जी। इक्को वरी कहण ते गज के बुलाओ जी फतेह। वाहिगुरु जी का खालसा वाहिगुरु जी की फतेह। हरजू राख लेहो पत मेरी जम को त्रास भयो उर अंतर शरण गही किरपा निध तेरी। इन्हां पंक्तियां तो अज दी विचार दास ने प्रारंभ करनी है। ये पावन पंक्तियां जैतसरी राग दे अंदर धन साहिब श्री गुरु तेग बहादुर सच्चे पातशाह महाराज जी दियां उचारण कीतियां होइयां गुरु ग्रंथ साहब महाराज जी दे पावन पवित्र अंग 703 ते सुभाएमान है। आओ एक वारी आपां रल मिल के इन्हां पंक्तियां दा उचारण करना है। दास अगे अगे बोलेगा ते तुसी सारियां ने पिछे पिछे उच्ची आवाज़ दे विच गुरु तेग बहादुर महाराज जी दियां
ਬਖਸ਼ਿਸ਼ਾਂ ਲੈਣ ਵਾਸਤੇ, ਮਹਾਰਾਜ ਦੀਆਂ ਰਹਿਮਤਾਂ ਦੇ ਪਾਤਰ ਬਣਨ ਵਾਸਤੇ ਇਹ ਪੰਕਤੀਆਂ ਪਿੱਛੇ ਪਿੱਛੇ ਬੋਲਣੀਆਂ ਨੇ। ਆਓ ਸਾਧ ਸੰਗਤ ਕਰੋ ਕਿਰਪਾ। ਹਰ ਜੂ ਰਾਖ ਲਿਹੋ ਪਤ ਮੇਰੀ, ਹਰ ਜੂ ਰਾਖ ਲਿਹੋ ਪਤ ਮੇਰੀ। ਹਰ ਜੂ ਰਾਖ ਲਿਹੋ ਪਤ ਮੇਰੀ, ਹਰ ਜੂ ਰਾਖ ਲਿਹੋ ਪਤ ਮੇਰੀ। ਜਮ ਕੋ ਤਰਾਸ ਪਇਓ ਔਰ ਅੰਤਰ, ਜਮ ਕੋ ਤਰਾਸ ਪਇਓ ਔਰ ਅੰਤਰ। ਸ਼ਰਨ ਗਹੀ ਕਿਰਪਾ ਨਿਧ ਤੇਰੀ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਸ਼ਰਨ ਗਹੀ ਕਿਰਪਾ ਨਿਧ ਤੇਰੀ, ਸ਼ਰਨ ਗਹੀ ਕਿਰਪਾ ਨਿਧ ਤੇਰੀ। ਹਰ ਜੂ ਰਾਖ ਲਿਹੋ ਪਤ ਮੇਰੀ, ਹਰ ਜੂ ਰਾਖ ਲਿਹੋ ਪਤ ਮੇਰੀ। ਸਦ ਸੰਗਤ, ਇਹਨਾਂ ਪਾਵਨ ਪੰਕਤੀਆਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ। ਮਹਾਰਾਜ ਕੀ ਅਰਦਾਸ ਕਰਦੇ ਨੇ? ਹਰ ਜੂ ਰਾਖ ਲਿਹੋ ਪਤ ਮੇਰੀ, ਕਿ ਹੇ ਰੱਬ ਜੀ, ਹੇ ਅਕਾਲ ਪੁਰਖ ਪਰਮਾਤਮਾ ਜੀ, ਮੇਰੀ ਪਤ ਰੱਖ ਲਵੋ, ਮੇਰੀ ਇੱਜ਼ਤ ਰੱਖ ਲਵੋ। ਹੁਣ ਧਿਆਨ ਦੇਣਾ ਸਾਧ ਸੰਗਤ, ਜਿੱਦਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ ਕਿ ਹੇ ਅਕਾਲ ਪੁਰਖ ਪਰਮਾਤਮਾ ਜੀ, ਸਾਡੀ ਕਲਯੁਗੀ ਜੀਵਾਂ ਦੀ ਪਤ ਰੱਖ ਲਵੋ, ਸਾਡੀ ਕਲਯੁਗੀ ਜੀਵਾਂ ਦੀ ਇੱਜ਼ਤ ਰੱਖ ਲਵੋ, ਸਾਡੀ ਪਤ ਨੂੰ ਢੱਕ ਦਵੋ ਮਹਾਰਾਜ, ਸਾਡੀ ਇੱਜ਼ਤ ਨੂੰ ਢੱਕ ਦਵੋ। ਇੱਦਾਂ ਹੀ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਭੱਟ ਨਲ ਜੀ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ। ਅਸੀਂ ਭੱਟ ਨਲ ਜੀ ਦਾ ਇਹ ਸਵਈਆ ਪੜ੍ਹਦੇ ਹਾਂ, ਅਬ ਰਾਖੋ ਦਾਸ ਭਾਟ ਕੀ ਲਾਜ। ਭੱਟ ਨਲ ਜੀ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ ਕਿ ਹੇ ਅਕਾਲ ਪੁਰਖ ਪਰਮਾਤਮਾ ਜੀ, ਸਾਡੀ ਪਤ ਰੱਖ ਲਵੋ, ਸਾਡੀ ਇੱਜ਼ਤ ਰੱਖ ਲਵੋ, ਸਾਡੀ ਪਤ ਨੂੰ, ਸਾਡੀ ਇੱਜ਼ਤ ਨੂੰ ਕੱਜ ਦਿਓ। ਕਿੱਦਾਂ? ਅੱਗੇ ਭੱਟ ਨਲ ਜੀ ਨੇ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕਸ਼ ਫਾਰੇ ਕਰ ਆਜ। ਕਹਿੰਦੇ ਅਕਾਲ ਪੁਰਖ ਪਰਮਾਤਮਾ ਜੀ, ਜਿੱਦਾਂ ਤੁਸੀਂ ਭਗਤ ਪ੍ਰਹਿਲਾਦ ਦੀ ਪਤ ਰੱਖੀ, ਜਿੱਦਾਂ ਤੁਸੀਂ ਭਗਤ ਪ੍ਰਹਿਲਾਦ ਦੀ ਇੱਜ਼ਤ ਰੱਖੀ ਤੇ ਹਰਨਾਕਸ਼ ਨੂੰ ਆਪਣੀਆਂ ਲੌਂਦਰਾਂ ਦੇ ਨਾਲ ਮਾਰ ਦਿੱਤਾ, ਉਹਨੂੰ ਖਤਮ ਕਰ ਦਿੱਤਾ। ਆਪਾਂ ਪਾਵਨ ਬਾਣੀ ਪੜ੍ਹਦੇ ਹਾਂ, ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਬਚਨ ਆਉਂਦੇ ਨੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਭੱਟ ਨਲ ਜੀ ਕਹਿੰਦੇ ਅਕਾਲ ਪੁਰਖ ਪਰਮਾਤਮਾ ਜੀ, ਜਿੱਦਾਂ ਤੁਸੀਂ ਭਗਤ ਪ੍ਰਹਿਲਾਦ ਦੀ ਪੱਤ ਰੱਖੀ, ਇੱਜ਼ਤ ਰੱਖੀ, ਮੇਰੀ ਵੀ ਉਸੇ ਤਰ੍ਹਾਂ ਪੱਤ ਰੱਖ ਲਵੋ, ਇੱਜ਼ਤ ਰੱਖ ਲਵੋ। ਅੱਗੇ ਭੱਟ ਜੀ ਕਿਰਪਾ ਕਰਦੇ ਨੇ, ਫੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ। ਹੇ ਅਕਾਲ ਪੁਰਖ ਪਰਮਾਤਮਾ ਜੀ, ਜਦੋਂ ਭਰੀ ਸਭਾ ਦੇ ਵਿੱਚ ਦ੍ਰੋਪਤੀ ਦੀ ਬੇਪਤੀ ਹੋਣ ਲੱਗੀ, ਮਹਾਰਾਜ ਤੁਸੀਂ ਉਹਦੀ ਪੱਤ ਰੱਖੀ, ਤੁਸੀਂ ਉਹਦੀ ਇੱਜ਼ਤ ਰੱਖੀ। ਹੇ ਅਕਾਲ ਪੁਰਖ ਪਰਮਾਤਮਾ, ਇਸੇ ਤਰ੍ਹਾਂ ਤੁਸੀਂ ਮੇਰੀ ਪੱਤ ਰੱਖ ਲਵੋ,
ਤੁਸੀਂ ਮੇਰੀ ਇੱਜ਼ਤ ਰੱਖ ਲਵੋ। ਹੁਣ ਸਾਧ ਸੰਗਤ ਧਿਆਨ ਦੇਣਾ, ਜਿੱਥੇ ਭੱਟ ਨਲ ਜੀ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਉੱਥੇ ਹੀ ਪੰਜਵੇਂ ਪਾਤਸ਼ਾਹ ਦਾ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਂਦਾ ਏ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਮਾਤਾ ਗੰਗਾ ਜੀ ਵੀ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ। ਕੀ ਅਰਦਾਸ ਕਰਦੇ ਨੇ? ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਸਤਿਗੁਰ ਤੁਮ ਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਹੁਣ ਮਾਤਾ ਗੰਗਾ ਜੀ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ ਕਿ ਹੇ ਅਕਾਲ ਪੁਰਖ ਪਰਮਾਤਮਾ ਜੀ, ਜਿੱਦਾਂ ਇੱਕ ਕੱਪੜਾ ਜਿਹੜਾ ਹੈ, ਕਾਪੜ ਪੱਤ ਪਰਮੇਸ਼ਰ ਰਾਖੀ, ਜਿੱਦਾਂ ਇੱਕ ਕੱਪੜਾ ਪੱਤ ਨੂੰ ਢੱਕ ਕੇ ਰੱਖਦਾ ਏ, ਇੱਜ਼ਤ ਨੂੰ ਢੱਕ ਕੇ ਰੱਖਦਾ ਏ, ਇਸੇ ਤਰ੍ਹਾਂ ਅਕਾਲ ਪੁਰਖ ਪਰਮਾਤਮਾ ਜੀ ਤੁਸੀਂ ਮੇਰੇ ਪੁੱਤਰ ਦੀ ਪੱਤ ਬਣ ਜਾਵੋ, ਮੇਰੇ ਪੁੱਤਰ ਦੀ ਇੱਜ਼ਤ ਬਣ ਜਾਵੋ। ਭਾਵ ਸਾਰੀ ਜ਼ਿੰਦਗੀ ਮੇਰੇ ਪੁੱਤਰ ਦੀ ਪੱਤ ਨੂੰ ਢੱਕ ਕੇ ਰੱਖਿਓ। ਕਾਪੜ ਪੱਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਤੇ ਜਿਹੜੀ ਪਰਮਾਤਮਾ ਦੀ ਕੀਰਤੀ ਹੈ, ਪਰਮਾਤਮਾ ਦੀ ਭਗਤੀ ਹੈ, ਪਰਮਾਤਮਾ ਦਾ ਨਾਮ ਹੈ, ਉਹ ਮੇਰੇ ਪੁੱਤਰ ਦੀ ਖੁਰਾਕ ਬਣ ਜਾਵੇ। ਵੇਖੋ ਸਾਧ ਸੰਗਤ, ਇੱਕ ਬੰਦਾ ਜਿਹੜਾ ਹੈ ਨਾ, ਇੱਕ ਬੰਦਾ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਅਨੇਕਾਂ ਗਲਤੀਆਂ ਕਰਦਾ ਏ, ਅਨੇਕਾਂ ਪਾਪ ਕਰਦਾ ਏ। ਔਰ ਜਿਹੜੀਆਂ ਗਲਤੀਆਂ ਅਸੀਂ ਕਰਦੇ ਹਾਂ, ਜਿਹੜੇ ਪਾਪ ਅਸੀਂ ਕਰਦੇ ਹਾਂ, ਉਹਨਾਂ ਦਾ ਕੇਵਲ ਤੇ ਕੇਵਲ ਸਾਨੂੰ ਪਤਾ ਹੈ, ਉਹਨਾਂ ਦਾ ਕੇਵਲ ਤੇ ਕੇਵਲ ਸਾਨੂੰ ਪਤਾ ਹੈ, ਹੋਰ ਕਿਸੇ ਨੂੰ ਨਹੀਂ ਪਤਾ। ਧਿਆਨ ਦੇਣਾ ਸਾਧ ਸੰਗਤ, ਜਦੋਂ ਵੀ ਕੋਈ ਬੰਦਾ ਗਲਤੀ ਕਰਦਾ ਹੈ, ਜਦੋਂ ਵੀ ਕੋਈ ਬੰਦਾ ਪਾਪ ਕਰਦਾ ਹੈ, ਉਹ ਬੰਦਾ ਪਰਿਵਾਰ ਤੋਂ ਲੁਕਾਉਂਦਾ ਹੈ, ਸੰਸਾਰ ਤੋਂ ਲੁਕਾਉਂਦਾ ਹੈ। ਪਰ ਮੈਂ ਬੇਨਤੀ ਕਰਾਂ, ਕੀਤਾ ਹੋਇਆ ਪਾਪ, ਕੀਤੀ ਹੋਈ ਗਲਤੀ ਅਸੀਂ ਪਰਿਵਾਰ ਤੋਂ ਲੁਕਾ ਸਕਦੇ ਹਾਂ, ਅਸੀਂ ਸੰਸਾਰ ਤੋਂ ਲੁਕਾ ਸਕਦੇ ਹਾਂ। ਪਰ ਇੱਕ ਗੱਲ ਚੇਤੇ ਰੱਖਿਓ, ਅਸੀਂ ਉਸ ਨਿਰੰਕਾਰ ਤੋਂ ਕੁਝ ਨਹੀਂ ਲੁਕਾ ਸਕਦੇ, ਅਸੀਂ ਉਸ ਨਿਰੰਕਾਰ ਤੋਂ ਕੁਝ ਨਹੀਂ ਲੁਕਾ ਸਕਦੇ। ਵੇਖੋ ਜੀ, ਮੈਂ ਬੇਨਤੀ ਕਰਾਂ, ਜੰਮਣ ਤੋਂ ਲੈ ਕੇ ਮਰਨ ਤੱਕ ਮਨੁੱਖ ਜਿੰਨੀਆਂ ਗਲਤੀਆਂ ਕਰਦਾ ਹੈ, ਪਾਪ ਕਰਦਾ ਏ, ਜੇ ਇਹ ਸਾਡੀਆਂ ਗਲਤੀਆਂ, ਸਾਡੇ ਪਾਪ ਸੰਸਾਰ ਦੇ ਸਾਹਮਣੇ ਆ ਜਾਣ, ਸੰਸਾਰ ਦੇ ਸਾਹਮਣੇ ਨਸ਼ਰ ਹੋ ਜਾਣ, ਤੇ ਸੱਚ ਜਾਣਿਓ ਭਾਗਾਂ ਵਾਲਿਓ, ਅਸੀਂ ਕਿਸੇ ਨੂੰ ਮੂੰਹ ਨਹੀਂ ਦਿਖਾ ਸਕਦੇ, ਅਸੀਂ ਕਿਸੇ ਨੂੰ ਮੂੰਹ ਨਹੀਂ ਦਿਖਾ ਸਕਦੇ। ਪਰ ਕੋਟਾਨ ਕੋਟ ਸ਼ੁਕਰ ਹੈ ਗੁਰੂ ਸਾਹਿਬ ਦਾ, ਅਸੀਂ ਕੋਟਾਨ ਕੋਟ ਬਲਹਾਰ ਜਾਂਦੇ ਹਾਂ ਆਪਣੇ ਗੁਰੂ ਤੋਂ, ਜਿਹੜਾ ਗੁਰੂ ਹਮੇਸ਼ਾ ਸਾਡੀ ਪੱਤ ਨੂੰ ਢੱਕ ਕੇ ਰੱਖਦਾ ਹੈ, ਜਿਹੜਾ ਗੁਰੂ ਹਮੇਸ਼ਾ ਸਾਡੀ ਇੱਜ਼ਤ ਨੂੰ ਢੱਕ ਕੇ ਰੱਖਦਾ ਹੈ, ਜਿਹੜਾ ਗੁਰੂ ਹਮੇਸ਼ਾ ਸਾਡੀ ਪੱਤ ਦੇ ਉੱਤੇ ਪਰਦਾ ਪਾ ਕੇ ਰੱਖਦਾ ਹੈ। ਵੇਖੋ ਸਾਧ ਸੰਗਤ, ਤੁਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਪੜ੍ਹੋ। ਇੱਕ ਦੋ ਬਚਨ ਮੈਂ ਆਪ ਜੀ ਦੇ ਨਾਲ ਸਾਂਝੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਵਾਲੇ ਪਾਸੇ ਆਉਣਾ। ਪੜ੍ਹੋ ਪਾਵਨ ਬਾਣੀ। ਮਹਾਰਾਜ ਦੀ ਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਆਉਂਦੇ ਨੇ। ਮਹਾਰਾਜ ਕਹਿੰਦੇ ਨੇ, ਜਾਂ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੇ ਰੋਗ, ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਗੌਣ ਕਰੇ ਚਹੁ ਕੁੰਟਕਾ, ਘੜੀ ਨਾ ਬੈਸਣ ਸੋਏ, ਚਿਤ ਆਵੈ ਉਸ ਪਾਰ ਬ੍ਰਹਮ, ਤਨ ਮਨ ਸ਼ੀਤਲ ਹੋਏ। ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਚਿੰਤਾ ਹੋਵੇ, ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਹੋਵੇ, ਉਹਦੇ ਕੋਲ ਕੁਝ ਵੀ ਨਾ ਹੋਵੇ, ਪਰ ਗੁਰੂ ਸਾਹਿਬ ਕਹਿੰਦੇ ਜੇ ਉਹ ਬੰਦਾ ਰੱਬ ਦੀ ਭਗਤੀ ਕਰੇ, ਪਰਮਾਤਮਾ ਦੀ ਭਗਤੀ ਕਰੇ, ਉਹਦਾ ਮਨ ਵੀ ਸ਼ੀਤਲ ਹੋ ਸਕਦਾ ਹੈ ਤੇ ਉਹਦਾ ਤਨ ਵੀ ਸ਼ੀਤਲ ਹੋ ਸਕਦਾ ਹੈ। ਤੁਸੀਂ ਪਾਵਨ ਬਾਣੀ ਪੜ੍ਹੋ। ਮਹਾਰਾਜ ਦੀ ਬਾਣੀ 'ਚ ਬਚਨ ਆਉਂਦੇ, ਪਾਤਸ਼ਾਹ ਕਹਿੰਦੇ, ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਜਤ ਨਾ ਪਤ ਨਾ ਆਦਰੋ, ਉਦਿਆਨ ਭਰਮਿੰਨਾ, ਮਿੱਤਰ ਨਾ ਏਠ ਧਨ ਰੂਪਹੀਨ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਇੱਕ ਉਹ ਬੰਦਾ ਹੈ ਜਿਹੜਾ ਕੁੱਲੀ ਦੇ ਵਿੱਚ ਰਹਿੰਦਾ ਹੈ, ਉਹ ਨਾ ਬਹੁਤਾ ਸੋਹਣਾ ਹੈ ਤੇ ਨਾ ਬਹੁਤੀ ਉਹਦੇ ਕੋਲ ਧਨ ਦੌਲਤ ਹੈ, ਉਹਦਾ ਕੋਈ ਸਾਕ ਸੰਬੰਧੀ ਨਹੀਂ, ਕੋਈ ਸੱਜਣ ਮਿੱਤਰ ਨਹੀਂ, ਸਾਰੇ ਹੀ ਉਹਦੇ ਨਾਲ ਨਫ਼ਰਤ ਕਰਦੇ ਨੇ। ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜੇ ਉਹ ਰੱਬ ਦੀ ਭਗਤੀ ਕਰਦਾ ਹੈ, ਪਰਮਾਤਮਾ ਦੀ ਭਗਤੀ ਕਰਦਾ ਹੈ, ਗੁਰੂ ਘਰ ਆਉਂਦਾ ਹੈ, ਬਾਣੀ ਪੜ੍ਹਦਾ ਹੈ,
जे ਉਹਦੇ ਅੰਦਰ ਗੁਣ ਨੇ ਤੇ ਮੇਰੀਆਂ ਨਜ਼ਰਾਂ ਦੇ ਵਿੱਚ ਉਹ ਇੱਕ ਬਾਦਸ਼ਾਹ ਹੈ, ਇੱਕ ਬਾਦਸ਼ਾਹ। ਮੇਰੀਆਂ ਨਜ਼ਰਾਂ ਦੇ ਵਿੱਚ ਉਹ ਰਾਜਾ ਹੈ। ਇਹ ਮੇਰੇ ਗੁਰੂ ਦਾ ਸੁਭਾਅ ਹੈ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਅਸੀਂ ਬੜੀਆਂ ਗਲਤੀਆਂ ਕਰਦੇ ਹਾਂ, ਬੜੇ ਪਾਪ ਕਰਦੇ ਹਾਂ, ਪਰ ਸਾਡਾ ਗੁਰੂ ਜਿਹੜਾ ਹੈ ਉਹ ਸਾਡੀਆਂ ਗਲਤੀਆਂ ਤੇ ਸਾਡੇ ਕੀਤੇ ਹੋਏ ਪਾਪਾਂ ਤੇ ਪਰਦੇ ਪਾ ਦਿੰਦਾ ਹੈ। ਹੁਣ ਵੇਖੋ, ਸੱਜਣ ਠੱਗ ਦਾ ਕੰਮ ਕੀ ਸੀ? ਸੱਜਣ ਠੱਗ ਦਾ ਕੰਮ ਸੀ ਜਿਹੜਾ ਉਹਦੀ ਸਰਾਂ ਵਿੱਚ ਆਉਂਦਾ ਸੀ, ਰਾਤ ਨੂੰ ਉਹ ਸੌਂ ਜਾਂਦਾ ਸੀ, ਉਹਨੂੰ ਮਾਰ ਕੇ, ਸੱਜਣ ਠੱਗ ਉਹਨੂੰ ਮਾਰ ਕੇ ਸਾਰਾ ਕੁਝ ਲੁੱਟ ਲੈਂਦਾ ਸੀ। ਪਰ ਮੈਂ ਬੇਨਤੀ ਕਰਾਂ, ਜਦੋਂ ਸੱਜਣ ਠੱਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਗਿਆ, ਉਹ ਸੁਧਰ ਗਿਆ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਦੇ ਕੀਤੇ ਹੋਏ ਪਾਪਾਂ ਤੇ ਪਰਦਾ ਪਾ ਦਿੱਤਾ, ਉਹਨੂੰ ਸੱਜਣ ਠੱਗ ਤੋਂ ਸੱਜਣ ਸਿੰਘ ਬਣਾ ਦਿੱਤਾ। ਹੁਣ ਸਾਧ ਸੰਗਤ, ਜੇ ਭਾਈ ਬਿਧੀ ਚੰਦ ਦੀ ਗੱਲ ਕਰੀਏ ਤੇ ਭਾਈ ਬਿਧੀ ਚੰਦ ਚੋਰੀਆਂ ਕਰਦਾ ਹੈ। ਭਾਈ ਬਿਧੀ ਚੰਦ ਚੋਰੀਆਂ ਕਰਦਾ ਹੈ, ਪਰ ਇੱਕ ਦਿਨ ਭਾਈ ਬਿਧੀ ਚੰਦ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਗਿਆ। ਭਾਈ ਬਿਧੀ ਚੰਦ ਨੇ ਸਾਰੇ ਮਾੜੇ ਕੰਮ ਛੱਡ ਕੇ ਰੱਬ ਦੀ, ਪਰਮਾਤਮਾ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਤੇ ਇੱਕ ਦਿਨ ਉਸੇ ਭਾਈ ਬਿਧੀ ਚੰਦ ਨੂੰ ਜਿਹੜਾ ਚੋਰੀਆਂ ਕਰਦਾ ਏ, ਗੁਰੂ ਅਰਜਨ ਦੇਵ ਮਹਾਰਾਜ ਉਹਨੂੰ ਗਲ ਨਾਲ ਲਾ ਕੇ ਕਹਿੰਦੇ ਨੇ, ਬਿਧੀ ਚੰਦ ਸ਼ੀਨਾ ਗੁਰੂ ਦਾ ਸੀਨਾ। ਵੀ ਬਿਧੀ ਚੰਦ ਗੁਰੂ ਦਾ ਸੀਨਾ ਹੈ, ਗੁਰੂ ਦਾ ਦਿਲ ਹੈ, ਗੁਰੂ ਦਾ ਹਿਰਦਾ ਹੈ। ਹੁਣ ਬਿਧੀ ਚੰਦ ਚੋਰ ਸੀ, ਪਰ ਸਤਿਗੁਰੂ ਪਾਤਸ਼ਾਹ ਨੇ ਉਹਦੇ ਸਾਰੇ ਕੀਤੇ ਹੋਏ ਮਾੜੇ ਕੰਮਾਂ ਤੇ ਉਹਦੇ ਪਾਪਾਂ ਦੇ ਉੱਤੇ ਪਰਦਾ ਪਾ ਦਿੱਤਾ। ਕਹਿਣ ਤੋਂ ਭਾਵ, ਜਿਹੜਾ ਬੰਦਾ ਰੱਬ ਦੀ ਭਗਤੀ ਕਰਦਾ ਏ, ਪਰਮਾਤਮਾ ਦੀ ਭਗਤੀ ਕਰਦਾ ਏ, ਵਾਹਿਗੁਰੂ ਦੀ ਭਗਤੀ ਕਰਦਾ ਏ, ਸੱਚ ਜਾਣਿਓ ਭਾਗਾਂ ਵਾਲਿਓ, ਵਾਹਿਗੁਰੂ ਉਹਦੀ ਪੱਤ, ਉਹਦੀ ਇੱਜ਼ਤ ਨੂੰ ਢੱਕ ਕੇ ਰੱਖਦਾ ਹੈ। ਆਪਾਂ ਪਾਵਨ ਬਾਣੀ ਪੜ੍ਹਦੇ ਹਾਂ, ਮਹਾਰਾਜ ਦੀ ਬਾਣੀ 'ਚ ਬਚਨ ਆਉਂਦੇ ਨੇ, ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ। ਕਾਹਦੇ ਵਾਸਤੇ ਜੀ? ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਢੱਕਣ ਕੂ ਪੱਤ ਮੇਰੀ। ਕਹਿੰਦੇ ਰੱਬ ਨੇ ਨਾ ਇੱਕ ਸਾਨੂੰ ਪ੍ਰੇਮ ਰੂਪੀ ਕੱਪੜਾ ਦਿੱਤਾ ਹੈ। ਉਹ ਕਾਹਦੇ ਵਾਸਤੇ ਦਿੱਤਾ ਹੈ? ਸਾਡੀ ਪੱਤ ਕੱਜਣ ਨੂੰ, ਸਾਡੀ ਇੱਜ਼ਤ ਕਰਜਣ ਨੂੰ। ਵੇਖੋ ਭਾਗਾਂ ਵਾਲਿਓ, ਜੇ ਸਾਡਾ ਕੀਤਾ ਹੋਇਆ ਕੋਈ ਮਾੜਾ ਕੰਮ ਕਿਤੇ ਸੰਸਾਰ ਦੇ ਸਾਹਮਣੇ ਆ ਜਾਵੇ, ਤੇ ਮੈਂ ਬੇਨਤੀ ਕਰਾਂ, ਜਿਹੜਾ ਸੰਸਾਰ ਹੈ ਪੱਤ ਨੂੰ ਨੰਗੀ ਕਰਕੇ ਰੱਖ ਦਿੰਦਾ ਹੈ, ਪੱਤ ਨੂੰ ਰੋਲ ਕੇ ਰੱਖ ਦਿੰਦਾ ਹੈ, ਪੱਤ ਨੂੰ ਉਛਾਲਦਾ ਹੈ, ਪਰ ਜਿਹੜਾ ਮੇਰਾ ਗੁਰੂ ਹੈ ਉਹ ਪੱਤ ਨੂੰ ਢੱਕ ਕੇ ਰੱਖਦਾ ਹੈ, ਪੱਤ ਨੂੰ, ਇੱਜ਼ਤ ਨੂੰ ਢੱਕ ਕੇ ਰੱਖਦਾ ਹੈ। ਹੁਣ ਸਾਧ ਸੰਗਤ ਧਿਆਨ ਦੇਣਾ, ਅੱਜ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਨ, ਤੇ ਕਵੀ ਸੈਨਾਪਤ ਨੇ ਨਾ ਬੜੇ ਪਿਆਰੇ ਬਚਨ ਕਹੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ। ਕਵੀ ਸੈਨਾਪਤ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਇਹ ਗੱਲ ਕਹਿੰਦੇ ਨੇ ਕਿ ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲ ਜੁਗ ਮੈਂ ਸਾਖੀ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਹੁਣ ਸੱਚ ਜਾਣਿਓ ਭਾਗਾਂ ਵਾਲਿਓ, ਕਵੀ ਸੈਨਾਪਤ ਇਹ ਗੱਲ ਕਹਿੰਦੇ ਨੇ ਕਿ ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲ ਜੁਗ ਮੈਂ ਸਾਖੀ। ਭਾਵ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਨੇ ਉਹ ਸ੍ਰਿਸ਼ਟੀ ਦੀ ਚਾਦਰ ਹੈ। ਕਈ ਵਾਰੀ ਨਾ ਭਾਗਾਂ ਵਾਲਿਓ ਆਪਾਂ ਕਹਿ ਦਿੰਦੇ ਆ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਪਰ ਇਹ ਸ਼ਬਦ ਕਹਿਣਾ ਵਾਜਬ ਨਹੀਂ, ਇਹ ਸ਼ਬਦ ਕਹਿਣਾ ਵਾਜਬ ਨਹੀਂ। ਕਿਸੇ ਸਮੇਂ ਪਾਕਿਸਤਾਨ ਵੀ ਭਾਰਤ ਦਾ ਹਿੱਸਾ ਸੀ, ਕਿਸੇ ਸਮੇਂ ਬੰਗਲਾਦੇਸ਼ ਵੀ ਭਾਰਤ ਦਾ ਹਿੱਸਾ ਸੀ। ਪਾਕਿਸਤਾਨ ਚਲਿਆ ਗਿਆ, ਭਾਰਤ ਹੋਰ ਛੋਟਾ ਹੋ ਗਿਆ, ਬੰਗਲਾਦੇਸ਼ ਚਲਿਆ ਗਿਆ, ਭਾਰਤ ਹੋਰ ਛੋਟਾ ਹੋ ਗਿਆ। ਤੇ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਭਾਰਤ ਹੋਰ ਛੋਟਾ ਹੋ ਜਾਵੇ। ਇਸ ਕਰਕੇ ਜੇ ਅਸੀਂ ਇਹ ਗੱਲ ਕਵਾਂਗੇ ਨਾ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਤੇ ਮੈਂ ਬੇਨਤੀ ਕਰਾਂ ਜੇ ਹਿੰਦ ਛੋਟਾ ਹੋ ਗਿਆ ਤੇ ਚਾਦਰ ਵੀ ਛੋਟੀ ਹੋ ਜਾਣੀ। ਜੇ ਹਿੰਦ ਛੋਟਾ ਹੋ ਗਿਆ ਤੇ ਚਾਦਰ ਵੀ ਛੋਟੀ ਹੋ ਜਾਣੀ ਹੈ। ਇਸ ਕਰਕੇ ਇਹ ਸ਼ਬਦ ਕਹਿਣੇ ਵਾਜਬ ਨਹੀਂ
ਇਹ ਗੱਲ ਕਹਿਣੀ ਚਾਹੀਦੀ ਹੈ ਜਿਹੜੀ ਗੱਲ ਕਵੀ ਸੈਨਾਪਤ ਨੇ ਲਿਖੀ ਹੈ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲ ਯੁਗ ਮੈਂ ਸਾਖੀ। ਭਾਵ ਗੁਰੂ ਤੇਗ ਬਹਾਦਰ ਮਹਾਰਾਜ ਸ੍ਰਿਸ਼ਟੀ ਦੀ ਚਾਦਰ ਨੇ, ਸ੍ਰਿਸ਼ਟੀ ਦੀ ਚਾਦਰ ਨੇ ਸਤਿਗੁਰੂ ਪਾਤਸ਼ਾਹ। ਔਰ ਉਸ ਚਾਦਰ ਦੇ ਨਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਮੁੱਚੀ ਲੁਕਾਈ ਦੀ ਪੱਤ ਨੂੰ ਢੱਕ ਕੇ ਰੱਖਿਆ, ਇੱਜ਼ਤ ਨੂੰ ਢੱਕ ਕੇ ਰੱਖਿਆ। ਵੇਖੋ ਭਾਗਾਂ ਵਾਲਿਓ, ਮੇਰੇ ਗੁਰੂ ਦਾ ਇੱਕ ਸੁਭਾਅ ਹੈ, ਉਹ ਸੁਭਾਅ ਪਤਾ ਕੀ ਹੈ? ਜੋ ਸ਼ਰਣੇ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਹੁਣ ਧਿਆਨ ਦੇਣਾ, ਜੇ ਆਪਾਂ ਔਰੰਗਜ਼ੇਬ ਦੀ ਗੱਲ ਕਰੀਏ ਨਾ, ਔਰੰਗਜ਼ੇਬ ਦੀ, ਭਾਗਾਂ ਵਾਲਿਓ, ਔਰੰਗਜ਼ੇਬ ਜਿਹੜਾ ਹੈ ਨਾ, ਉਹ ਨਕਸ਼ਬੰਦੀ ਸਿਲਸਿਲੇ ਦੇ ਨਾਲ ਜੁੜਿਆ ਹੋਇਆ, ਨਕਸ਼ਬੰਦੀ ਸਿਲਸਿਲੇ ਦੇ ਨਾਲ। ਅੱਧਾ ਘੰਟਾ ਬਾਕੀ ਹੈ, ਮੈਂ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਆਪ ਜੀ ਦੇ ਨਾਲ ਸੰਖੇਪ ਰੂਪ ਵਿੱਚ ਸਾਂਝਾ ਕਰਨਾ ਹੈ। ਜਿਹੜਾ ਔਰੰਗਜ਼ੇਬ ਹੈ ਨਾ, ਔਰੰਗਜ਼ੇਬ ਨਕਸ਼ਬੰਦੀ ਸਿਲਸਿਲੇ ਦੇ ਨਾਲ ਜੁੜਿਆ ਹੋਇਆ ਹੈ। ਜਿਹੜਾ ਨਕਸ਼ਬੰਦੀ ਸਿਲਸਿਲਾ ਹੈ ਨਾ, ਇਹ ਇਸਲਾਮ ਦਾ ਇੱਕ ਬਹੁਤ ਕੱਟੜਵਾਦੀ ਫਿਰਕਾ ਹੈ, ਇਸਲਾਮ ਦਾ ਬਹੁਤ ਕੱਟੜਵਾਦੀ ਫਿਰਕਾ ਹੈ। ਇਹਨਾਂ ਦੀ ਸੋਚ ਇਹ ਹੈ, ਧਰਮ ਹੋਵੇ ਕੇਵਲ ਇਸਲਾਮ ਹੋਵੇ, ਝੰਡੇ ਝੂਲਣ ਕੇਵਲ ਇਸਲਾਮ ਦੇ ਝੂਲਣ, ਨਾਰੇ ਲੱਗਣ ਜਾ ਅਲੀ ਤੇ ਅੱਲਾਹੂ ਦੇ ਲੱਗਣ। ਹੁਣ ਔਰੰਗਜ਼ੇਬ ਇਹਨਾਂ ਦੇ ਨਾਲ ਜੁੜਿਆ ਹੈ ਤੇ ਸੁਭਾਵਕ ਹੈ, ਔਰੰਗਜ਼ੇਬ ਵੀ ਬਹੁਤ ਕੱਟੜ ਬਾਦਸ਼ਾਹ ਸੀ, ਕੱਟੜ ਰਾਜਾ ਸੀ। ਔਰ ਮੈਂ ਬੇਨਤੀ ਕਰਾਂ, ਰਾਜ ਭਾਗ ਪ੍ਰਾਪਤ ਕਰਨ ਵਾਸਤੇ ਔਰੰਗਜ਼ੇਬ ਨੇ ਆਪਣੇ ਮਾਂ ਪਿਓ ਨੂੰ ਖਤਮ ਕਰ ਦਿੱਤਾ, ਆਪਣੇ ਭੈਣ ਭਰਾਵਾਂ ਨੂੰ ਖਤਮ ਕਰ ਦਿੱਤਾ, ਆਪਣੇ ਸਾਕ ਸੰਬੰਧੀਆਂ ਨੂੰ ਖਤਮ ਕਰ ਦਿੱਤਾ, ਕੇਵਲ ਰਾਜ ਭਾਗ ਪ੍ਰਾਪਤ ਕਰਨ ਵਾਸਤੇ। ਤੇ ਕਿਤੇ ਸੋਚੋ ਸਾਧ ਸੰਗਤ, ਜਿਹਨੇ ਰਾਜ ਭਾਗ ਲੈਣ ਵਾਸਤੇ ਆਪਣਿਆਂ ਨੂੰ ਖਤਮ ਕਰ ਦਿੱਤਾ, ਉਹ ਕਿੰਨਾ ਕਾਇਰ, ਕਿੰਨਾ ਬੁਝਦਿਲ ਹੋਵੇਗਾ। ਹੁਣ ਸਾਧ ਸੰਗਤ ਧਿਆਨ ਦੇਣਾ, ਔਰੰਗਜ਼ੇਬ ਨੇ ਇੱਕ ਆਰਡਰ ਕੀਤਾ ਕਿ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਵੇ, ਜਿਹੜਾ ਮੁਸਲਮਾਨ ਬਣਨ ਤੋਂ ਇਨਕਾਰੀ ਏ ਉਹਨੂੰ ਖਤਮ ਕਰ ਦਿੱਤਾ ਜਾਵੇ, ਉਹਨੂੰ ਕਤਲ ਕਰ ਦਿੱਤਾ ਜਾਵੇ। ਤੇ ਮੈਂ ਬੇਨਤੀ ਕਰਾਂ, ਸਮੁੱਚੇ ਹਿੰਦੁਸਤਾਨ ਦੇ ਪੰਡਤ, ਉਹਨਾਂ ਨੇ ਆਪਣੇ ਧਾਰਮਿਕ ਅਸਥਾਨਾਂ ਤੇ ਜਾ ਕੇ ਅਰਦਾਸਾਂ ਕੀਤੀਆਂ, ਜੋਦੜੀਆਂ ਕੀਤੀਆਂ, ਬੇਨਤੀਆਂ ਕੀਤੀਆਂ, ਪਰ ਮੈਂ ਬੇਨਤੀ ਕਰਾਂ ਸਾਧ ਸੰਗਤ, ਕਿਸੇ ਨੇ ਉਹਨਾਂ ਦੀ ਅਰਦਾਸ ਨਹੀਂ ਸੁਣੀ, ਕਿਸੇ ਨੇ ਉਹਨਾਂ ਦੀ ਬੇਨਤੀ ਨਹੀਂ ਸੁਣੀ, ਕਿਸੇ ਨੇ ਵੀ ਉਹਨਾਂ ਦੀ ਰੁਲਦੀ ਹੋਈ ਪੱਤ ਨੂੰ ਨਹੀਂ ਬਚਾਇਆ, ਕਿਸੇ ਨੇ ਉਹਨਾਂ ਦੀ ਰੁਲਦੀ ਹੋਈ ਪੱਤ ਨੂੰ ਨਹੀਂ ਬਚਾਇਆ। ਹੁਣ ਧਿਆਨ ਦੇਣਾ ਜੀ, ਪੰਡਿਤ ਕਿਰਪਾ ਰਾਮ, ਇਹ ਥੋੜਾ ਜਿਹਾ ਮੈਂ ਪੰਡਿਤ ਕਿਰਪਾ ਰਾਮ ਦਾ ਪਿਛੋਕੜ ਆਪ ਜੀ ਦੇ ਨਾਲ ਸਾਂਝਾ ਕਰਾਂਗਾ। ਪੰਡਿਤ ਕਿਰਪਾ ਰਾਮ ਜੋ ਬਹੁਤ ਜ਼ਿਆਦਾ ਵਿਦਵਾਨ ਸੀ, ਭਾਗਾਂ ਵਾਲਿਓ, ਇਹ ਜਿਹੜਾ ਪੰਡਿਤ ਕਿਰਪਾ ਰਾਮ ਹੈ, ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਸਮੇਂ ਹੋਇਆ। ਤੇ ਜੇ ਆਪਾਂ ਥੋੜਾ ਜਿਹਾ ਪਿੱਛੇ ਚਲੇ ਜਾਈਏ ਨਾ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਸ਼ਮੀਰ ਦੀ ਧਰਤੀ ਤੇ ਜਾਂਦੇ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ। ਕਸ਼ਮੀਰ ਦੀ ਧਰਤੀ ਤੇ ਇੱਕ ਇਲਾਕਾ ਹੈ ਜਿਹਨੂੰ ਮਟਨ ਦਾ ਇਲਾਕਾ ਕਹਿੰਦੇ ਨੇ, ਮਟਨ ਦਾ ਇਲਾਕਾ। ਇੱਥੇ ਇੱਕ ਪੰਡਤ ਹੈ ਜਿਹੜਾ ਬਹੁਤ ਜ਼ਿਆਦਾ ਵਿਦਵਾਨ ਹੈ ਤੇ ਜਿਹਨੇ ਬਹੁਤ ਜ਼ਿਆਦੀਆਂ ਧਾਰਮਿਕ ਪੁਸਤਕਾਂ ਪੜ੍ਹੀਆਂ ਹੋਈਆਂ ਨੇ। ਉਸ ਪੰਡਤ ਦਾ ਨਾਮ ਸੀ ਬ੍ਰਹਮਦਾਸ, ਉਸ ਪੰਡਤ ਦਾ ਨਾਮ ਸੀ ਬ੍ਰਹਮਦਾਸ, ਜਿਹਨੂੰ ਆਪਣੀਆਂ ਪੜ੍ਹੀਆਂ ਹੋਈਆਂ ਪੁਸਤਕਾਂ ਦਾ ਬੜਾ ਹੰਕਾਰ ਸੀ, ਵਿਦਿਆ ਦਾ ਬੜਾ ਹੰਕਾਰ ਸੀ ਕਿ ਮੈਂ ਬਹੁਤ ਜ਼ਿਆਦੀਆਂ ਪੁਸਤਕਾਂ ਪੜ੍ਹੀਆਂ, ਮੈਂ ਬਹੁਤ ਜ਼ਿਆਦਾ ਵਿਦਵਾਨ ਆ, ਮੈਨੂੰ ਬਹੁਤ ਜ਼ਿਆਦਾ ਗਿਆਨ ਹੈ। ਹੁਣ ਸਾਧ ਸੰਗਤ ਧਿਆਨ ਦੇਣਾ, ਜੇ ਆਪਾਂ ਗਿਆਨ ਦੀ ਗੱਲ ਕਰੀਏ, ਵਿਦਿਆ ਦੀ ਗੱਲ ਕਰੀਏ, ਪੜ੍ਹਾਈ ਦੀ ਗੱਲ ਕਰੀਏ, ਤੇ ਗੁਰੂ ਸਾਹਿਬ ਨੇ ਵਿਦਿਆ ਦੇ ਬਾਰੇ, ਗਿਆਨ ਦੇ ਬਾਰੇ, ਪੜ੍ਹਾਈ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਦੋ ਗੱਲਾਂ ਕੀਤੀਆਂ ਨੇ। ਜਿਹੜਾ ਬੰਦਾ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਹੈ, ਜਿਹੜਾ ਬੰਦਾ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਹੈ, ਜਿਹਦੇ ਕੋਲ ਬਹੁਤ ਜ਼ਿਆਦਾ ਗਿਆਨ ਹੈ, ਬਹੁਤ ਡਿਗਰੀਆਂ ਨੇ, ਤੇ ਜੇ ਉਸ ਬੰਦੇ ਨੂੰ ਆਪਣੀ ਕੀਤੀ ਹੋਈ ਪੜ੍ਹਾਈ ਦਾ ਮਾਣ ਹੈ, ਹੰਕਾਰ ਹੈ, ਜੇ ਉਹਨੂੰ ਆਪਣੀਆਂ ਡਿਗਰੀਆਂ ਦਾ ਹੰਕਾਰ ਹੈ, ਮਾਣ ਹੈ, ਮੈਂ ਬਹੁਤ ਜ਼ਿਆਦਾ ਪੜ੍ਹਿਆ ਹੋਇਆ, ਤੇ ਪਤਾ ਮਹਾਰਾਜ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਨੇ, ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਹੰਕਾਰ। ਸਤਿਗੁਰੂ ਪਾਤਸ਼ਾਹ ਕਹਿੰਦੇ, ਜੇ ਪੜ੍ਹ ਲਿਖ ਕੇ ਵੀ ਤੂੰ ਹੰਕਾਰੀ ਹੈ, ਤੇਰੇ ਅੰਦਰ ਮਾਣ ਹੈ, ਹੰਕਾਰ ਹੈ, ਤੇ ਤੂੰ ਦੁਨੀਆ ਦਾ ਸਭ ਤੋਂ ਵੱਡਾ ਮੂਰਖ ਹੈ, ਤੂੰ ਦੁਨੀਆ ਦਾ ਸਭ ਤੋਂ ਵੱਡਾ ਮੂਰਖ ਹੈ। ਇਸ ਕਰਕੇ ਸਾਧ ਸੰਗਤ,
ਜੇ ਸਾਡੇ ਕੋਲ ਗਿਆਨ ਹੈ, ਸਾਡੇ ਕੋਲ ਵਿਦਿਆ ਹੈ, ਸਾਡੇ ਕੋਲ ਪੜ੍ਹਾਈ ਹੈ, ਤੇ ਕਦੀ ਵੀ ਉਹਦਾ ਹੰਕਾਰ ਨਹੀਂ ਕਰਨਾ। ਤੇ ਦੂਸਰੀ ਗੱਲ ਮਹਾਰਾਜ ਜਿਹਨੂੰ ਸਤਿਗੁਰੂ ਪਾਤਸ਼ਾਹ ਪ੍ਰਵਾਨ ਕਰਦੇ ਨੇ, ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਤੂੰ ਗਿਆਨਵਾਨ ਹੈ, ਜੇ ਤੂੰ ਪੜ੍ਹਿਆ ਲਿਖਿਆ, ਜੇ ਤੇਰੇ ਕੋਲ ਬਹੁਤ ਵਿਦਿਆ ਹੈ, ਤੇ ਮਹਾਰਾਜ ਕਹਿੰਦੇ ਪਰ ਉਪਕਾਰ ਕਰ, ਪਰ ਉਪਕਾਰ। ਇਸ ਗਿਆਨ ਨੂੰ ਲੋਕਾਂ ਵਿੱਚ ਵੰਡ, ਭਲਾ ਕਰ, ਭਲਾ ਗਰੀਬਾਂ ਦਾ ਭਲਾ ਕਰ, ਲੋਕਾਂ ਦਾ ਭਲਾ ਕਰ। ਜਿਹੜੇ ਲੋਕ ਵਹਿਮਾਂ ਭਰਮਾਂ ਪਖੰਡਾਂ 'ਚ ਫਸੇ ਨੇ ਉਹਨਾਂ ਨੂੰ ਇਹ ਗਿਆਨ ਦੇ। ਜਿਹੜੇ ਕੋਈ ਗਰੀਬ ਮਾਪੇ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਉਹਨਾਂ ਨੂੰ ਤੂੰ ਟਿਊਸ਼ਨ ਪੜ੍ਹਾ, ਫਰੀ ਪੜ੍ਹਾਈ ਕਰਾ, ਉਹਨਾਂ ਦਾ ਭਲਾ ਕਰ। ਧਿਆਨ ਦੇਣਾ ਸਾਧ ਸੰਗਤ, ਇਹ ਜਿਹੜਾ ਬ੍ਰਹਮਦਾਸ ਸੀ ਇਹਨੂੰ ਬਹੁਤ ਜ਼ਿਆਦਾ ਹੰਕਾਰ ਸੀ, ਤੇ ਮਹਾਰਾਜ ਨੇ ਫਿਰ ਕਹਿ ਦਿੱਤਾ ਪੜ੍ਹ ਪੜ੍ਹ ਗੱਡੀ ਲੱਦੀਐ, ਪੜ੍ਹ ਪੜ੍ਹ ਭਰੀਐ ਸਾਥ। ਮਹਾਰਾਜ ਕਹਿੰਦੇ ਆ ਜਿਹੜੀਆਂ ਕਿਤਾਬਾਂ ਨੇ, ਭਾਵੇਂ ਬੰਦਾ ਪੜ੍ਹ ਪੜ੍ਹ ਕੇ ਗੱਡੀਆਂ ਲੱਦ ਲਵੇ, ਭਾਵੇਂ ਬੰਦਾ ਪੜ੍ਹ ਪੜ੍ਹ ਕੇ ਬੇੜੀਆਂ ਭਰ ਲਵੇ, ਪਰ ਸੱਚ ਜਾਣਿਓ ਬ੍ਰਹਮਦਾਸ ਜੀ, ਜੇ ਅੰਦਰ ਧਰਮ ਨਹੀਂ, ਜੇ ਰੱਬ ਦੇ ਨਾਲ ਪਿਆਰ ਨਹੀਂ, ਪਰਮਾਤਮਾ ਨਾਲ ਪਿਆਰ ਨਹੀਂ, ਕੇਵਲ ਕੋਲ ਗਿਆਨ ਹੈ, ਹਉਮੈ ਹੈ, ਹੰਕਾਰ ਹੈ, ਤੇ ਇਸ ਕੀਤੀ ਹੋਈ ਪੜ੍ਹਾਈ ਦਾ ਕੋਈ ਫਾਇਦਾ ਨਹੀਂ। ਮਹਾਰਾਜ ਨੇ ਕਿਹਾ ਜਿੱਥੇ ਤੁਹਾਡੇ ਕੋਲ ਗਿਆਨ ਹੈ ਉੱਥੇ ਪਰਉਪਕਾਰ ਕਰੋ, ਰੱਬ ਦੀ ਭਗਤੀ ਕਰੋ, ਪ੍ਰਮਾਤਮਾ ਦੀ ਭਗਤੀ ਕਰੋ, ਲੋਕਾਂ ਦਾ ਭਲਾ ਕਰੋ, ਵੱਧ ਤੋਂ ਵੱਧ ਪਰਉਪਕਾਰ ਕਰੋ। ਤੇ ਮੈਂ ਬੇਨਤੀ ਕਰਾਂ, ਇਹ ਬ੍ਰਹਮਦਾਸ ਗੁਰੂ ਨਾਨਕ ਦਾ ਸਿੱਖ ਬਣ ਗਿਆ, ਗੁਰੂ ਨਾਨਕ ਦੇ ਚਰਨਾਂ ਦਾ ਭੋਰਾ ਬਣ ਗਿਆ, ਮਟਨ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦਾ ਹੈ। ਇਸੇ ਬ੍ਰਹਮਦਾਸ ਦਾ ਪੁੱਤਰ ਹੈ ਨਰਾਇਣ ਦਾਸ, ਇਸੇ ਬ੍ਰਹਮਦਾਸ ਦਾ ਪੁੱਤਰ ਹੈ ਨਰਾਇਣ ਦਾਸ, ਤੇ ਨਰਾਇਣ ਦਾਸ ਦਾ ਪੋਤਰਾ ਏ ਅੱਗੇ ਭਾਈ ਆੜੂ ਰਾਮ, ਤੇ ਆੜੂ ਰਾਮ ਦਾ ਪੁੱਤਰ ਹੈ ਗਾੜੀ ਪੰਡਤ ਕਿਰਪਾ ਰਾਮ, ਪੰਡਤ ਕਿਰਪਾ ਰਾਮ। ਹੁਣ ਸਾਧ ਸੰਗਤ ਇਹ ਜਿਹੜਾ ਪੰਡਤ ਕਿਰਪਾ ਰਾਮ ਹੈ ਇਹ ਕਸ਼ਮੀਰ ਦਾ ਰਹਿਣ ਵਾਲਾ ਹੈ। ਫਿਰ ਮੈਂ ਬੇਨਤੀ ਕਰ ਦੇਵਾਂ, ਬ੍ਰਹਮਦਾਸ, ਬ੍ਰਹਮਦਾਸ ਦਾ ਪੁੱਤਰ ਨਰਾਇਣ ਦਾਸ, ਨਰਾਇਣ ਦਾਸ ਦਾ ਪੋਤਰਾ ਆੜੂ ਰਾਮ, ਤੇ ਆੜੂ ਰਾਮ ਦਾ ਪੁੱਤਰ ਹੈ ਪੰਡਤ ਕਿਰਪਾ ਰਾਮ ਦੱਤ। ਇਹ ਕਸ਼ਮੀਰ ਦਾ ਬਹੁਤ ਵੱਡਾ ਵਿਦਵਾਨ ਹੈ, ਬਹੁਤ ਵੱਡਾ ਵਿਦਵਾਨ ਹੈ। ਔਰ ਮੈਂ ਬੇਨਤੀ ਕਰਾਂ, ਬਚਪਨ ਦੇ ਵਿੱਚ ਇਹੋ ਹੀ ਪੰਡਤ ਕਿਰਪਾ ਰਾਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਸੰਸਕ੍ਰਿਤ ਦੀ ਵਿਦਿਆ ਦਿੰਦਾ ਸੀ। ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਸੰਸਕ੍ਰਿਤ ਦੀ ਵਿਦਿਆ ਹੈ ਨਾ, ਉਹ ਇਸੇ ਪੰਡਤ ਕਿਰਪਾ ਰਾਮ ਦੇ ਕੋਲੋਂ ਲਈ ਸੀ। ਇਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦਾ ਭੋਰਾ ਸੀ। ਇਹਨੂੰ ਗੁਰੂ ਘਰ ਦੀ ਅਜ਼ਮਤ ਦਾ ਪਤਾ ਸੀ, ਗੁਰੂ ਘਰ ਦੀ ਤਾਕਤ ਦਾ ਪਤਾ ਸੀ। ਹੁਣ ਸਾਧ ਸੰਗਤ, ਜਦੋਂ ਪੂਰੇ ਹਿੰਦੁਸਤਾਨ ਦੇ ਵਿੱਚ ਹਾਹਾਕਾਰ ਮਚ ਗਈ, ਪੱਤ ਰੋਲੀ ਜਾ ਰਹੀ ਏ, ਇੱਜ਼ਤ ਰੋਲੀ ਜਾ ਰਹੀ ਏ, ਬੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ, ਕਿਸੇ ਨੇ ਅਰਦਾਸ ਨਹੀਂ ਸੁਣੀ। ਤੇ ਮੈਂ ਬੇਨਤੀ ਕਰਾਂ, ਪੰਡਤ ਕਿਰਪਾ ਰਾਮ ਦੀ ਅਗਵਾਈ ਦੇ ਹੇਠ ਭਾਗਾਂ ਵਾਲਿਓ ਹਿੰਦੁਸਤਾਨ ਦੇ 16 ਸ਼ਹਿਰਾਂ ਦੇ 16 ਸ਼ਹਿਰਾਂ ਦੇ ਪੰਡਤ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ। ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਹਿੰਦੁਸਤਾਨ ਦੇ 16 ਸ਼ਹਿਰਾਂ ਦੇ ਪ੍ਰਮੁੱਖ ਪੰਡਤ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ, ਤੇ ਆ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ। ਕਹਿੰਦੇ ਜਿੱਥੇ ਅੱਜ ਗੁਰਦੁਆਰਾ ਭੋਰਾ ਸਾਹਿਬ ਹੈ ਨਾ, ਅਨੰਦਪੁਰ ਸਾਹਿਬ, ਤੁਸੀਂ ਅਨੰਦਪੁਰ ਸਾਹਿਬ ਜਾਓ, ਜਿੱਥੇ ਸਾਧ ਸੰਗਤ ਅੱਜ ਗੁਰਦੁਆਰਾ ਭੋਰਾ ਸਾਹਿਬ ਬਣਿਆ ਏ, ਜਦੋਂ ਇਹ ਕਸ਼ਮੀਰੀ ਪੰਡਤ ਤੇ ਹਿੰਦੁਸਤਾਨ ਦੇ 16 ਸ਼ਹਿਰਾਂ ਦੇ ਪੰਡਤ ਚੱਲ ਕੇ ਅਨੰਦਪੁਰ ਆਏ ਸੀ, ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਜਿੱਥੇ ਅੱਜ ਭੋਰਾ ਸਾਹਿਬ ਹੈ, ਸਤਿਗੁਰੂ ਪਾਤਸ਼ਾਹ ਇੱਥੇ ਤਖਤਾਂ ਤੇ ਸੁਭਾਏ ਮਾਨ ਸੀ। ਤੇ ਇੱਥੇ ਆ ਕੇ ਇਹ ਜਿਹੜੇ ਪੰਡਤ ਨੇ, ਜਿਹੜੇ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਆਏ ਨੇ, ਇਹ ਗੁਰੂ ਸਾਹਿਬ ਦੇ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਨੇ, ਬ੍ਰਾਹਮਣ ਦੁਖੀ ਹੋਏ ਚੱਲ ਆਏ ਪੁਰੀ ਆਨੰਦ, ਬ੍ਰਾਹਮਣ ਦੁਖੀ ਹੋਏ ਚੱਲ ਆਏ ਪੁਰੀ ਆਨੰਦ, ਬਾਂਹ ਸਾਡੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਚੰਦ। ਹੇ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ, ਸਾਡੀ ਪੱਤ ਖਤਰੇ ਦੇ ਵਿੱਚ ਹੈ, ਸਾਡੀ ਇੱਜ਼ਤ ਖਤਰੇ ਦੇ ਵਿੱਚ ਹੈ, ਔਰੰਗਜ਼ੇਬ ਸਾਡੀ ਪੱਤ ਰੋਲ ਰਿਹਾ ਹੈ, ਸਾਡੀ ਇੱਜ਼ਤ ਰੋਲ ਰਿਹਾ ਹੈ, ਹਰਜੂ ਰਾਖ ਲਿਹੋ ਪੱਤ ਮੇਰੀ। ਹੇ ਸਤਿਗੁਰੂ ਪਾਤਸ਼ਾਹ ਜੀ, ਸਾਡੀ ਪੱਤ ਰੱਖ ਲਵੋ, ਸਾਡੀ ਇੱਜ਼ਤ ਰੱਖ ਲਵੋ। ਅਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਅਰਦਾਸਾਂ ਕਰਕੇ ਆਏ ਹਾਂ, ਪਰ ਕਿਸੇ ਨੇ ਸਾਡੀ ਅਰਦਾਸ ਨਹੀਂ ਸੁਣੀ, ਕਿਸੇ ਨੇ ਸਾਡੀ ਬੇਨਤੀ ਨਹੀਂ ਸੁਣੀ, ਕਿਸੇ ਨੇ ਸਾਡੀ ਪੱਤ, ਸਾਡੀ ਇੱਜ਼ਤ ਨਹੀਂ ਰੱਖੀ। ਸਤਿਗੁਰੂ ਪਾਤਸ਼ਾਹ ਥੱਕ ਹਾਰ ਕੇ ਤੁਹਾਡੇ ਦਰ ਤੇ ਆਏ ਹਾਂ, ਮਹਾਰਾਜ ਕਿਰਪਾ ਕਰੋ, ਸਾਡੀ ਪੱਤ ਰੱਖ ਲਵੋ, ਸਾਡੀ ਇੱਜ਼ਤ ਰੱਖ ਲਵੋ।
साडी पत रख लवो, साडी इज्जत रख लवो। ब्राह्मण दुखी होए चल आए पुरी आनंद, बांह साडी पकड़ी है श्री हरगोबिंद के चंद। हे गुरु हरगोबिंद साहब दे सपुत्र गुरु तेग बहादुर सच्चे पातशाह महाराज, दीन दुनिया दे राखे सतगुरु पातशाह जी, किरपा करो महाराज साडी बांह फड़ लियो। औरंगजेब ने साडे धर्म नूं खत्म कर देना है महाराज, साडा जनेऊ खतरे दे विच है, जबरदस्ती जनेऊ लाया जा रहा है। जिहड़ा जनेऊ लाउण तो इनकार करदा है सतगुरु पातशाह जी उहनूं खत्म कर दिता जांदा है। ते सच जाणिओ भागां वालिओ, गुरु तेग बहादुर महाराज कहिंदे भी तुहाडा धर्म तां बच सकदा है जे कोई पूर्ण महापुरख कुर्बानी देवेगा। सतगुरु पातशाह पंडित किरपा राम नूं कहिंदे ने, क्योंकि पंडित किरपा राम महाराज नूं जाणदा है। गुरु गोबिंद सिंह महाराज नूं संस्कृत पढ़ाई है पंडित किरपा राम ने, ते महाराज गुरु तेग बहादुर महाराज पंडित किरपा राम नूं कहिंदे ने कि जाओ पंडित किरपा राम जी लभो कोई अपनी कौम विचों ऐसा महात्मा, ऐसा पैगंबर जिहड़ा कुर्बानी देवे ते तुहाडे धर्म नूं बचावे। ते सच जाणिओ पंडित किरपा राम कहिंदा महाराज असी पूरे हिंदुस्तान नूं घुम आए आ, साडी कौम दे विच कोई धर्मात्मा नहीं, कोई परमात्मा नहीं जिहड़ा साडी कौम नूं बचा सके। गुरु तेग बहादुर महाराज हुण जे साडी कौम नूं कोई बचा सकदा ते महाराज केवल तुसी बचा सकदे हो। सतगुरु पातशाह ते लागे बाल गोबिंद राय खलोते ने। बाल गोबिंद राय पिता जी नूं कहिंदे ने, पिता जी तुहाडे नालों वड्डा धर्मात्मा कौन है, महापुरख कौन है, बली कौन है, जोधा कौन है? महाराज तुसी ही इन्हां दे धर्म नूं बचा सकदे हो, तुहानूं ही पिता जी कुर्बानी देनी है, इन्हां दा देनी पैनी है, इन्हां दा धर्म बचाउण वास्ते। ते सच जाणिओ भागां वालिओ, मैं बेनती करां धन साहिब श्री गुरु तेग बहादुर सच्चे पातशाह महाराज ने उन्हां नूं हौसला दिता, सतगुरु पातशाह ने उन्हां नूं भरोसा दिता। महाराज उन्हां नूं ये गल कहिंदे ने कि जाओ जाके औरंगजेब नूं ये गल कह दिओ। इत्थे मैं एक बेनती होर करांगा साध संगत, वेखो औरंगजेब जदों कश्मीरी पंडित आनंदपुर आउंदे ने जां कश्मीर दे पंडितां ते जां हिंदुस्तान दे बाकी हिस्सिਆਂ ਦੇ ਵਿੱਚ पंडितां ते जदों अत्याचार हो रहा सी उदों औरंगजेब दिल्ली नहीं सी। औरंगजेब ऑर्डर करके ना आप हसन अब्दाल वाले पासे चलिया गया सी ते अपने पिछों दिल्ली दी जिहड़ी सांभ संभाल सी वो साफी खान नूं दे के गया कि साडी गैर हाज़री दे विच दिल्ली दा प्रबंध जिहड़ा है वो तुसी चलाउणा है, दिल्ली दा प्रबंध जिहड़ा वो तुसी चलाउणा। हुण साध संगत ध्यान देना, गुरु तेग बहादुर सच्चे पातशाह महाराज उन्हां पंडितां नूं हौसला देंदे ने। महाराज उन्हां नूं कहिंदे ने डरो ना, घबराओ ना, जाके कह दिओ औरंगजेब नूं कि जे तू गुरु तेग बहादुर सच्चे पातशाह महाराज नूं मुसलमान बना लवें ते पूरा हिंदुस्तान मुसलमान बन जाएगा। भागां वालिओ आगू बनना बहुत औखा है, जिम्मेवारी चुकनी बहुत औखी है। असीं ते छोटी जी गल दी जिम्मेवारी नहीं चुकदे, पर सतगुरु गुरु तेग बहादुर सच्चे पातशाह महाराज ने किड्डी वड्डी जिम्मेवारी चुक लई, किड्डी वड्डी। वो क्यों चुकी? क्योंकि महाराज दी अवस्था सी भै काहू को देत ने नह पै मानत आन, कहो नानक सुन रे मना ज्ञानी ताहे बखान। गुरु तेग बहादुर महाराज उस धन गुरु नानक साहब महाराज दी 9वीं गद्दी दे वारस ने, जेड़े गुरु नानक साहब महाराज कहिंदे ने कि भाई जो तो प्रेम खेलन का चाओ, सिर धर तली गली मेरी आओ, इत मार्ग पैर तरीजै सिर दीजै कान ना कीजै। बाबा कबीर साहब दे बचन पढ़दे हैं, सूरा सो पहचानिए जो लड़े दीन के हेत, पुरजा पुरजा कट मरे कबहू ना छाड़े के। भट्ट केसव जी लिखते ने, चित चरण कमल का आसरा, चित चरण कमल संग जोड़िए, मन लोचै बुराइयां गुर शब्दी ए मन होड़िए, बांह जिन्हां दी पकड़िए सिर दीजै बांह ना छोड़िए। तेग बहादुर बोलिया धर पाइए धर्म ना छोड़िए, धर पाइए धर्म ना छोड़िए। हुण साध संगत ध्यान देना,
ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਜਾਓ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਕਿ ਜੇ ਤੂੰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੁਸਲਮਾਨ ਬਣਾ ਲਵੇਂ ਤੇ ਪੂਰਾ ਹਿੰਦੁਸਤਾਨ ਮੁਸਲਮਾਨ ਬਣ ਜਾਵੇਗਾ। ਜਿਹੜਾ ਮਹਾਰਾਜ ਨੇ ਹੌਸਲਾ ਦਿੱਤਾ, ਜਿਹੜਾ ਮਹਾਰਾਜ ਨੇ ਧਰਵਾਸ ਦਿੱਤਾ, ਧੀਰਜ ਦਿੱਤਾ, ਜਿਹੜੇ ਬਚਨ ਉਹਨਾਂ ਵੀਰਾਂ ਨੂੰ ਕਹੇ, ਉਹ ਕਿਸੇ ਸ਼ਾਇਰ ਨੇ ਬੜੇ ਸੋਹਣੇ ਲਿਖੇ ਨੇ। ਸਾਹਿਬ ਕਹਿਣ ਲੱਗੇ ਜਾਓ ਬੱਚੋ ਘਰੀ ਜਾਵੋ, ਸਾਹਿਬ ਕਹਿਣ ਲੱਗੇ ਜਾਓ ਬੱਚੋ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ, ਹਿੰਦੂ ਧਰਮ ਦੇ ਬੁਝਦੇ ਦੀਵਿਆਂ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ, ਪਾਇਆ ਤੇਲ ਮੈਂ ਆਪਣੇ ਲਹੂ ਦਾ, ਤਾਈਓ ਤਾਂ ਭਾਰਤ ਵਰਸ਼ ਦਾ ਬਾਗ ਫਲ ਰਿਹਾ ਏ। ਅੱਜ ਵੀ ਹਿੰਦੂ ਧਰਮ ਦੇ ਮੰਦਰਾਂ ਵਿੱਚ ਦੀਵਿਆਂ ਵਿੱਚ ਤੇਲ ਗੁਰੂ ਤੇਗ ਬਹਾਦਰ ਦੇ ਲਹੂ ਦਾ ਬਲ ਰਿਹਾ ਏ, ਤੇਲ ਗੁਰੂ ਤੇਗ ਬਹਾਦਰ ਦੇ ਲਹੂ ਦਾ ਬਲ ਰਿਹਾ ਏ। ਭਾਗਾਂ ਵਾਲਿਓ, ਮਦਨ ਮੋਹਨ ਮਾਲਵੀਆ ਜੋ ਇੱਕ ਹਿੰਦੂ ਵੀਰ ਸੀ, ਜਦੋਂ ਉਹਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਹ ਦਿੱਤੀ ਹੋਈ ਕੁਰਬਾਨੀ ਦਾ ਇਤਿਹਾਸ ਪੜ੍ਹਿਆ ਨਾ, ਮਦਨ ਮੋਹਨ ਮਾਲਵੀਆ ਜੋ ਇੱਕ ਹਿੰਦੂ ਵੀਰ ਸੀ, ਦਿੱਲੀ ਚਾਂਦਨੀ ਚੌਂਕ ਦੇ ਵਿੱਚ ਖਲੋ ਕੇ ਉਹ ਉੱਚੀ ਸਾਰੀ ਇੱਕ ਗੱਲ ਕਹਿੰਦਾ ਏ। ਉਹ ਕਹਿੰਦਾ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਹੁਤ ਵੱਡੇ ਕਰਜ਼ਦਾਰ ਹਾਂ, ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਕਰਜ਼ਾ ਕਦੀ ਨਹੀਂ ਲਾ ਸਕਦੇ, ਪਰ ਹਾਂ ਅਸੀਂ ਇੱਕ ਕੰਮ ਕਰ ਸਕਦੇ ਹਾਂ, ਅਸੀਂ ਇੱਕ ਕੰਮ ਕਰ ਸਕਦੇ ਹਾਂ। ਉਹ ਕੰਮ ਕਿਹੜਾ? ਉਹ ਕਹਿੰਦਾ ਜਿੰਨੇ ਵੀ ਹਿੰਦੁਸਤਾਨ ਵਿੱਚ ਹਿੰਦੂ ਪਰਿਵਾਰ ਨੇ, ਉਹਨਾਂ ਦਾ ਇੱਕ ਇੱਕ ਬੱਚਾ ਜਿਹੜਾ ਉਹ ਸਿੱਖ ਹੋਣਾ ਚਾਹੀਦਾ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ, ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਇੱਕ ਬੱਚਾ ਸਿੱਖ ਹੋਣਾ ਚਾਹੀਦਾ। ਤੇ ਕਹਿੰਦਾ ਜਦੋਂ ਵੀ ਟੱਲ ਖੜਕਾਉਣਾ ਹੈ, ਸੱਚ ਜਾਣਿਓ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਜੈ ਕਰਨੀ, ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਚੇਤੇ ਕਰਨਾ। ਕਰਜ਼ਾ ਤੇ ਨਹੀਂ ਲਾ ਸਕਦੇ, ਪਰ ਹਾਂ ਅਸੀਂ ਨੇੜੇ ਪਹੁੰਚ ਸਕਦੇ ਹਾਂ, ਅਸੀਂ ਗੁਰੂ ਸਾਹਿਬ ਦੇ ਸਾਹਮਣੇ ਖਲੋ ਸਕਦੇ ਹਾਂ, ਅਸੀਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਸਕਦੇ ਹਾਂ। ਹੁਣ ਸਾਧ ਸੰਗਤ ਧਿਆਨ ਦੇਣਾ, ਇਹ ਗੱਲ ਔਰੰਗਜ਼ੇਬ ਤੱਕ ਪਹੁੰਚ ਗਈ। ਉਸ ਸਮੇਂ ਔਰੰਗਜ਼ੇਬ ਹਸਨ ਅਬਦਾਲ ਦੇ ਵਿੱਚ ਹੈ, ਜਿੱਥੇ ਗੁਰਦੁਆਰਾ ਪੰਜਾ ਸਾਹਿਬ ਹੈ ਪਾਕਿਸਤਾਨ ਦੇ ਵਿੱਚ, ਉੱਥੇ ਔਰੰਗਜ਼ੇਬ ਗਿਆ ਸੀ। ਉਹਨੇ ਸਾਫੀ ਖਾਨ ਨੂੰ ਹੁਕਮ ਕੀਤਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਭਿਆਨਕ ਤੋਂ ਭਿਆਨਕ ਤਸੀਹੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਿੱਤੇ ਜਾਣ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜੇ ਆਪਾਂ ਮੁਸਲਮਾਨ ਬਣਾ ਲਿਆ ਤੇ ਪੂਰਾ ਹਿੰਦੁਸਤਾਨ ਮੁਸਲਮਾਨ ਬਣ ਜਾਵੇਗਾ, ਪੂਰਾ ਹਿੰਦੁਸਤਾਨ ਮੁਸਲਮਾਨ ਬਣ ਜਾਵੇਗਾ, ਕਿਉਂਕਿ ਗੁਰੂ ਸਾਹਿਬ ਨੇ ਜ਼ਿੰਮੇਵਾਰੀ ਚੁੱਕੀ ਹੈ, ਗੁਰੂ ਸਾਹਿਬ ਅੱਗੇ ਲੱਗੇ ਨੇ, ਗੁਰੂ ਸਾਹਿਬ ਆਗੂ ਬਣੇ ਨੇ। ਤੇ ਔਰੰਗਜ਼ੇਬ ਸਾਫੀ ਖਾਨ ਨੂੰ ਕਹਿੰਦਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਭਿਆਨਕ ਤੋਂ ਭਿਆਨਕ ਤਸੀਹੇ ਦੇਣਾ, ਜੇ ਗੁਰੂ ਸਾਹਿਬ ਮੁਸਲਮਾਨ ਬਣ ਗਏ ਤੇ ਸਾਨੂੰ ਲੋੜ ਨਹੀਂ ਪੈਣੀ ਜ਼ੁਲਮ ਕਰਨ ਦੀ, ਅਤਿਆਚਾਰ ਕਰਨ ਦੀ, ਜ਼ੋਰ ਲਾਉਣ ਦੀ, ਆਪਣੇ ਆਪ ਪੂਰਾ ਹਿੰਦੁਸਤਾਨ ਮੁਸਲਮਾਨ ਬਣ ਜਾਵੇਗਾ। ਹੁਣ ਸਾਧ ਸੰਗਤ ਧਿਆਨ ਦੇਣਾ, ਮਹਾਰਾਜ ਨੂੰ ਪਤਾ ਏ ਕੁਰਬਾਨੀ ਦੇਣੀ ਪੈਣੀ ਹੈ। ਭਾਗਾਂ ਵਾਲਿਓ, ਗੁਰੂ ਤੇਗ ਬਹਾਦਰ ਮਹਾਰਾਜ ਬਾਲ ਗੋਬਿੰਦ ਰਾਏ ਨੂੰ ਗੁਰਤਾ ਗੱਦੀ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਤੋਂ ਚਾਲੇ ਪਾ ਦਿੱਤੇ। ਰਾਹ ਦੇ ਵਿੱਚ ਸਤਿਗੁਰੂ ਪਾਤਸ਼ਾਹ ਬੇਅੰਤ ਗੁਰਸਿੱਖਾਂ ਦੀ ਝੋਲੀ ਦੇ ਵਿੱਚ ਬਖਸ਼ਾਂ ਰਹਿਮਤਾਂ ਪਾ ਕੇ ਆਗਰੇ ਦੀ ਧਰਤੀ ਤੇ ਪਹੁੰਚੇ, ਆਗਰੇ ਦੀ ਧਰਤੀ ਤੇ। ਔਰ ਮੈਂ ਬੇਨਤੀ ਕਰਾਂ, ਸਾਫੀ ਖਾਨ ਨੇ ਦਿੱਲੀ ਤੋਂ 2200 ਘੋੜ ਸਵਾਰ ਭੇਜੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਸਤੇ। ਭਾਗਾਂ ਵਾਲਿਓ, ਆਗਰੇ ਦੀ ਧਰਤੀ ਤੋਂ ਗੁਰੂ ਸਾਹਿਬ ਦੀ ਗ੍ਰਿਫਤਾਰੀ ਹੁੰਦੀ ਏ। ਜਿੱਥੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕੀਤਾ ਜਾਂਦਾ ਏ, ਉੱਥੇ ਨਾਲ ਹੀ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਸਤਿਕਾਰਯੋਗ ਭਾਈ ਦਿਆਲਾ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਭਾਗਾਂ ਵਾਲਿਓ, ਮਹਾਰਾਜ ਨੂੰ ਦਿੱਲੀ ਲੈ ਕੇ ਆਇਆ ਜਾਂਦਾ ਹੈ, ਇਹਨਾਂ ਤਿੰਨ ਗੁਰਸਿੱਖਾਂ ਨੂੰ ਵੀ ਦਿੱਲੀ ਲਿਆਂਦਾ ਜਾਂਦਾ ਹੈ। ਸਭ ਤੋਂ ਪਹਿਲਾਂ ਕੋਤਵਾਲੀ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ।
ਔਰ ਮੈਂ ਬੇਨਤੀ ਕਰਾਂ ਗੁਰੂ ਸਾਹਿਬ ਨੂੰ ਡਰਾਉਣ ਵਾਸਤੇ ਵੀ ਕਿਸੇ ਤਰ੍ਹਾਂ ਮਹਾਰਾਜ ਇਸਲਾਮ ਕਬੂਲ ਕਰ ਲੈਣ, ਮਹਾਰਾਜ ਮੁਸਲਮਾਨ ਬਣ ਜਾਣ। ਮਹਾਰਾਜ ਨੇ ਜ਼ਿੰਮੇਵਾਰੀ ਚੁੱਕੀ ਹੈ, ਮਹਾਰਾਜ ਨੇ ਮਹਾਰਾਜ ਆਗੂ ਬਣੇ ਨੇ। ਆਗੂ ਹੋਵੇ ਤੇ ਗੁਰੂ ਸਾਹਿਬ ਵਰਗਾ ਹੋਵੇ। ਅੱਜ ਕੱਲ੍ਹ ਦੇ ਆਗੂ ਆਪ ਅੱਗੇ ਲੱਗ ਜਾਂਦੇ ਨੇ, ਤੇ ਮੈਂ ਬੇਨਤੀ ਕਰਾਂ ਜਦੋਂ ਡਾਂਗਾ ਪੈਣ ਲੱਗ ਪੈਂਦੇ ਉਦੋਂ ਆਪ ਭੱਜ ਜਾਂਦੇ ਨੇ, ਤੇ ਆਮ ਸਾਡੇ ਵਰਗੇ ਲੋਕ ਜਿਹੜੇ ਉਹਨਾਂ ਡਾਂਗਾਂ ਦਾ ਸ਼ਿਕਾਰ ਹੋ ਜਾਂਦੇ ਨੇ। ਮੈਂ ਬੇਨਤੀ ਕਰਾਂ ਸਾਧ ਸੰਗਤ, ਮਹਾਰਾਜ ਨੂੰ ਡਰਾਉਣ ਵਾਸਤੇ ਇੱਕ ਉੱਥੇ ਜੋ ਪ੍ਰਚਲਿਤ ਸੀ, ਉੱਥੇ ਇੱਕ ਹਵੇਲੀ ਸੀ, ਪੂਰੀ ਦਿੱਲੀ ਉਸ ਹਵੇਲੀ ਤੋਂ ਡਰਦੀ ਸੀ। ਉਸ ਹਵੇਲੀ ਦਾ ਨਾਮ ਸੀ ਭੂਤ ਹਵੇਲੀ, ਪ੍ਰੇਤ ਹਵੇਲੀ। ਵੀ ਇਸ ਹਵੇਲੀ ਵਿੱਚ ਭੂਤ ਹੈ, ਕੋਈ ਉਹਦੇ ਲਾਗੇ ਨਹੀਂ ਸੀ ਜਾਂਦਾ, ਕੋਈ ਉਹਦੇ ਨੇੜਿਓਂ ਦੀ ਨਹੀਂ ਸੀ ਲੰਘਦਾ। ਮੈਂ ਬੇਨਤੀ ਕਰਾਂ ਉਸ ਹਵੇਲੀ ਵਿੱਚ ਹਨੇਰਾ ਹੀ ਹਨੇਰਾ ਸੀ, ਤੇ ਇਹ ਵੀ ਇੱਕ ਬਹੁਤ ਵੱਡਾ ਤਸੀਹਾ ਸੀ। ਜੇ ਕੋਈ ਬੰਦਾ ਈਣ ਨਹੀਂ ਸੀ ਮੰਨਦਾ, ਉਹਨੂੰ ਉਸ ਹਵੇਲੀ ਵਿੱਚ ਭੇਜਣ ਦੀ ਗੱਲ ਕੀਤੀ ਜਾਂਦੀ ਸੀ, ਤੇ ਉਹ ਬੰਦਾ ਡਰ ਜਾਂਦਾ ਸੀ ਵੀ ਨਹੀਂ ਮੈਂ ਹਾਰ ਗਿਆ, ਪਰ ਮੈਨੂੰ ਉਸ ਹਵੇਲੀ ਵਿੱਚ ਨਾ ਭੇਜੋ। ਇੰਨੇ ਲੋਕ ਉਸ ਹਵੇਲੀ ਤੋਂ ਡਰਦੇ ਸੀ। ਤੇ ਮੈਂ ਬੇਨਤੀ ਕਰਾਂ ਗੁਰੂ ਸਾਹਿਬ ਨੂੰ ਡਰਾਉਣ ਵਾਸਤੇ ਪਹਿਲਾ ਤਸੀਹਾ ਇਹ ਦਿੱਤਾ ਜਾਂਦਾ ਏ, ਮਹਾਰਾਜ ਨੂੰ ਉਸ ਹਵੇਲੀ ਦੇ ਵਿੱਚ ਭੇਜਿਆ ਜਾਂਦਾ ਹੈ। ਮੈਂ ਬੇਨਤੀ ਕਰਾਂ ਭਾਗਾਂ ਵਾਲਿਓ, ਗੁਰੂ ਦਾ ਅਰਥ ਪਤਾ ਕੀ ਹੈ? ਗੁਰੂ ਦਾ ਅਰਥ ਹੈ ਚਾਨਣ, ਰੂਹ ਵਿੱਚ ਚਾਨਣ ਕਰਨ ਵਾਲਾ। ਗੁਰੂ ਦਾ ਅਰਥ ਹੈ ਚਾਨਣ। ਤੇ ਜਿੱਥੇ ਚਾਨਣ ਹੋਵੇ ਨਾ, ਚਾਨਣ, ਉੱਥੇ ਹਨੇਰੇ ਦੀ ਕੋਈ ਪੇਸ਼ ਨਹੀਂ ਚੱਲਦੀ। ਜਿੱਥੇ ਚਾਨਣ ਹੋਵੇ ਉੱਥੇ ਹਨੇਰੇ ਦੀ ਕੋਈ ਪੇਸ਼ ਨਹੀਂ ਚੱਲਦੀ। ਆਪਾਂ ਬਾਣੀ ਪੜ੍ਹਦੇ ਆ, ਬਾਣੀ 'ਚ ਬਚਨ ਆਉਂਦੇ, ਮਾਰੇ ਕਹਿੰਦੇ ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾ ਖਾਏ, ਉਗਵੈ ਸੂਰ ਨਾ ਜਾਪੈ ਚੰਦ, ਜਿਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਭਾਗਾਂ ਵਾਲਿਓ, ਸਤਿਗੁਰੂ ਪਾਤਸ਼ਾਹ ਉਸ ਹਵੇਲੀ ਦੇ ਵਿੱਚ ਗਏ ਜਿਸ ਹਵੇਲੀ ਤੋਂ ਪੂਰੀ ਦਿੱਲੀ ਡਰਦੀ ਏ। ਇਹ ਭੂਤਾਂ ਵਾਲੀ ਹਵੇਲੀ ਹੈ ਜੀ, ਇੱਥੇ ਇਹ ਹੈ ਜੀ, ਉੱਥੇ ਉਹ ਹੈ ਜੀ। ਸਾਰੇ ਲੋਕਾਂ ਦਾ ਭਰਮ ਕੱਢ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ ਨੇ। ਉਸ ਹਵੇਲੀ ਵਿੱਚ ਜਾ ਕੇ ਰੌਣਕਾਂ ਲੱਗ ਗਈਆਂ ਜੀ, ਰੌਣਕਾਂ ਉਸ ਹਵੇਲੀ ਦੇ ਵਿੱਚ, ਜਿਸ ਹਵੇਲੀ ਵਿੱਚ ਲੋਕ ਜਾਣ ਤੋਂ ਡਰਦੇ ਸੀ। ਭਾਗਾਂ ਵਾਲਿਓ, ਹੁਣ ਲੋਕ ਕਹਿੰਦੇ ਨੇ ਅਸੀਂ ਉਸ ਹਵੇਲੀ ਦੇ ਵਿੱਚ ਜਾਣਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਵੈਸੇ ਮੈਂ ਬੇਨਤੀ ਕਰਾਂ ਭਾਗਾਂ ਵਾਲਿਓ, ਸਤਿਗੁਰੂ ਪਾਤਸ਼ਾਹ ਉਸ ਜੀਂਦੇ ਬੰਦੇ ਨੂੰ ਭੂਤ ਕਹਿੰਦੇ ਨੇ ਜਿਹੜਾ ਬੰਦਾ ਰੱਬ ਦੀ ਭਗਤੀ ਨਹੀਂ ਕਰਦਾ, ਪਰਮਾਤਮਾ ਦੀ ਭਗਤੀ ਨਹੀਂ ਕਰਦਾ। ਵੇਖੋ ਜੀ, ਜੇ ਮੈਂ ਆਪਣੇ ਪਿਤਾ ਜੀ ਦੀ ਗੱਲ ਕਰਾਂ ਜਾਂ ਦਾਦਾ ਜੀ ਦੀ ਗੱਲ ਕਰਾਂ, ਤੇ ਮੈਂ ਉਹਨਾਂ ਨੂੰ ਪੁੱਛਿਆ ਸੀ, ਮੈਂ ਕਿਹਾ ਵੀ ਤੁਸੀਂ ਅੱਜ ਤੱਕ ਕੋਈ ਭੂਤ ਵੇਖਿਆ ਜਿਹੜਾ ਵੱਖਰਾ ਜਿਹਾ ਹੋਵੇ, ਜਿਹਦੇ ਸਿੰਘ ਹੋਣ, ਦੰਦ ਹੋਣ? ਕਹਿੰਦੇ ਨਹੀਂ ਪੁੱਤਰਾ, ਅਸੀਂ ਨਹੀਂ ਵੇਖਿਆ। ਮਾਫ ਕਰਨਾ ਸਾਧ ਸੰਗਤ, ਅਸੀਂ ਇਹ ਜਿਹੜੀਆਂ ਭੂਤ ਪ੍ਰੇਤ ਵਾਲੀਆਂ ਗੱਲਾਂ ਨੇ ਨਾ, ਇਹਨਾਂ ਦੇ ਵਿੱਚ ਯਕੀਨ ਨਹੀਂ ਰੱਖਣਾ। ਗੁਰੂ ਸਾਹਿਬ ਦੀ ਬਾਣੀ ਸਾਨੂੰ ਇਹਨਾਂ ਤੋਂ ਕੋਹਾਂ ਦੂਰ ਰੱਖਦੀ ਹੈ। ਤੇ ਮੈਂ ਬੇਨਤੀ ਕਰਾਂ, ਅਸਲ ਦੇ ਵਿੱਚ ਭੂਤ ਉਹੋ ਹੀ ਹੈ, ਜਿਉਂਦਾ ਬੰਦਾ ਹੀ ਭੂਤ ਹੈ ਜਿਹੜਾ ਰੱਬ ਦੀ ਭਗਤੀ ਨਹੀਂ ਕਰਦਾ, ਜਿਹੜਾ ਪਰਮਾਤਮਾ ਦੀ ਭਗਤੀ ਨਹੀਂ ਕਰਦਾ, ਜਿਹੜਾ ਗੁਰੂ ਘਰ ਨਹੀਂ ਆਉਂਦਾ, ਜਿਹੜਾ ਬਾਣੀ ਨਹੀਂ ਪੜ੍ਹਦਾ। ਆਪਾਂ ਬਚਨ ਪੜ੍ਹਦੇ ਹਾਂ, ਬਾਬਾ ਕਬੀਰ ਸਾਹਿਬ ਦੇ ਬਚਨ ਆਉਂਦੇ, ਕਬੀਰ ਜਾਂ ਘਰ ਸਾਧ ਨਾ ਸੇਵੀ ਹੈ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ, ਭੂਤ ਵਸੈ ਤਿੰਨ ਮਾਹੇ। ਬਾਬਾ ਕਬੀਰ ਸਾਹਿਬ ਕਹਿੰਦੇ ਕਿਸੇ ਨੇ 40-50 ਲੱਖ ਰੁਪਈਆ ਲਾ ਕੇ ਸੋਹਣਾ ਮਕਾਨ ਬਣਾਇਆ ਹੈ, ਜੇ ਉਸ ਮਕਾਨ ਵਿੱਚ ਰਹਿਣ ਵਾਲਾ ਟੱਬਰ ਨਾ ਸਵੇਰੇ ਰੱਬ ਦਾ ਸ਼ੁਕਰਾਨਾ ਕਰਦਾ ਹੈ ਤੇ ਨਾ ਸ਼ਾਮ ਨੂੰ ਰੱਬ ਦਾ ਸ਼ੁਕਰਾਨਾ ਕਰਦਾ ਹੈ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਤੁਹਾਡੀਆਂ ਨਜ਼ਰਾਂ ਦੇ ਵਿੱਚ ਉਹ ਬੰਦੇ ਨੇ, ਉਹ ਮਨੁੱਖ ਨੇ, ਪਰ ਜੇ ਮੈਨੂੰ ਪੁੱਛਦੇ ਹੋ ਮੇਰੀਆਂ ਨਜ਼ਰਾਂ ਦੇ ਵਿੱਚ ਉਹ ਜਿਉਂਦੇ ਹੀ ਭੂਤ ਨੇ। ਕਿਉਂ? ਕਿਉਂਕਿ ਨਾ ਉਹ ਸਵੇਰੇ ਰੱਬ ਦੀ ਭਗਤੀ ਕਰਦੇ ਨੇ ਤੇ ਨਾ ਉਹ ਪਰਮਾਤਮਾ ਦੀ ਰਾਤ ਨੂੰ ਭਗਤੀ ਕਰਦੇ ਨੇ। ਭਾਗਾਂ ਵਾਲਿਓ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਨਾ ਡਰੇ ਤੇ ਦੂਜਾ ਤਸੀਹਾ ਗੁਰੂ ਸਾਹਿਬ ਨੂੰ ਦਿੱਤਾ ਗਿਆ, ਮਹਾਰਾਜ ਨੂੰ ਇੱਕ ਪਿੰਜਰੇ ਦੇ ਵਿੱਚ ਬੰਦ ਕੀਤਾ ਗਿਆ। ਉਸ ਪਿੰਜਰੇ ਦੇ ਉੱਤੇ ਵੀ ਸੂਲਾਂ ਨੇ, ਉਸ ਪਿੰਜਰੇ ਦੇ ਥੱਲੇ ਵੀ ਸੂਲਾਂ ਨੇ, ਤੇ ਉਸ ਪਿੰਜਰੇ ਦੇ ਸਾਈਡਾਂ ਤੇ ਵੀ ਸੂਲਾਂ ਨੇ। ਨਾ ਉਸ ਪਿੰਜਰੇ ਵਿੱਚ ਬੈਠਾ ਜਾਂਦਾ ਹੈ, ਨਾ ਖਲੋਤਾ ਜਾਂਦਾ ਹੈ। ਤੇ ਕਈ ਦਿਨ ਸਤਿਗੁਰੂ ਪਾਤਸ਼ਾਹ ਜੀ ਨੂੰ ਉਸ ਪਿੰਜਰੇ ਦੇ ਵਿੱਚ ਰੱਖਿਆ ਗਿਆ, ਪਰ ਮਹਾਰਾਜ ਨੇ ਹਾਰ ਨਹੀਂ ਮੰਨੀ, ਮਹਾਰਾਜ ਨੇ ਈਣ ਨਹੀਂ ਕਬੂਲੀ। ਅੰਤ ਦੇ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਾਫੀ ਖਾਨ ਦੇ ਸਾਹਮਣੇ ਲਿਆਂਦਾ ਗਿਆ, ਕਾਜੀ ਅਬਦੁਲ ਵਾਹਬ ਦੇ ਸਾਹਮਣੇ ਲਿਆਂਦਾ ਗਿਆ, ਤੇ ਕਾਜੀ ਕਹਿੰਦਾ 3 ਸ਼ਰਤਾਂ ਨੇ ਤੁਹਾਡੇ ਅੱਗੇ, ਤੁਹਾਡੀ ਮਰਜ਼ੀ ਹੈ ਤੁਸੀਂ ਕਿਹੜੀ ਸ਼ਰਤ ਨੂੰ ਪ੍ਰਵਾਨ ਕਰਨਾ ਹੈ। ਮੈਂ ਬੇਨਤੀ ਕਰਾਂ, ਯਹੂਦੀਆਂ ਦੀ ਗੱਲ ਕਰੀਏ ਤੇ ਬਹੁਤ ਸ਼ਹੀਦੀਆਂ ਹੋਈਆਂ, ਇਸਲਾਮ ਦੀ ਗੱਲ ਕਰੀਏ ਉਹਨਾਂ ਵਿੱਚ ਵੀ ਸ਼ਹਾਦਤਾਂ ਹੋਈਆਂ,
ਤੇ ਮੈਂ ਬੇਨਤੀ ਕਰਾਂ, ਜੇ ਈਸਾਈਆਂ ਦੀ ਗੱਲ ਕਰੀਏ, ਸ਼ਹੀਦੀਆਂ ਉਹਨਾਂ ਵਿੱਚ ਵੀ ਹੋਈਆਂ, ਪਰ ਉਹ ਜਿਹੜੀਆਂ ਸ਼ਹੀਦੀਆਂ ਹੋਈਆਂ ਭਾਗਾਂ ਵਾਲਿਓ, ਉਹਨਾਂ ਨੂੰ ਕੋਈ ਆਫਰ ਨਹੀਂ, ਕੋਈ ਰਸਤਾ ਨਹੀਂ ਦਿੱਤਾ ਗਿਆ। ਉਹਨਾਂ ਨੂੰ ਕੇਵਲ ਤੇ ਕੇਵਲ ਫੜ ਕੇ ਮਾਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਨੂੰ ਇਹ ਨਹੀਂ ਕਿਹਾ ਗਿਆ ਵੀ ਆਹ ਦੋ ਰਸਤੇ ਨੇ, ਇੱਕ ਰਸਤਾ ਮੌਤ ਵਾਲੇ ਪਾਸੇ ਜਾਂਦਾ, ਇੱਕ ਜ਼ਿੰਦਗੀ ਵਾਲੇ ਪਾਸੇ ਜਾਂਦਾ। ਇਹ ਤੁਹਾਡੀ ਮਰਜ਼ੀ ਹੈ, ਤੁਸੀਂ ਕਿਹਨੂੰ ਚੁਣਨਾ ਹੈ, ਮੌਤ ਵਾਲਾ ਚੁਣਨਾ ਹੈ ਕਿ ਜ਼ਿੰਦਗੀ ਵਾਲਾ ਚੁਣਨਾ ਹੈ। ਮੈਂ ਬੇਨਤੀ ਕਰਾਂ, ਇਹ ਕੇਵਲ ਤੇ ਕੇਵਲ ਸਿੱਖ ਧਰਮ ਦੇ ਵਿੱਚ ਹੋਇਆ। ਅੱਜ ਤੱਕ 9 ਲੱਖ ਤੋਂ ਉੱਪਰ ਸ਼ਹੀਦੀਆਂ ਹੋ ਗਈਆਂ ਨੇ। ਹਰ ਇੱਕ ਨੂੰ ਇਹ ਗੱਲ ਕਹੀ ਗਈ, ਤੁਹਾਡੇ ਸਾਹਮਣੇ ਦੋ ਰਸਤੇ ਨੇ, ਆ ਜ਼ਿੰਦਗੀ ਵਾਲਾ ਰਸਤਾ ਹੈ, ਮੌਤ ਵਾਲਾ ਰਸਤਾ ਹੈ। ਕਹਿੰਦੇ ਜ਼ਿੰਦਗੀ ਵਾਲਾ ਨਹੀਂ, ਸਾਨੂੰ ਮੌਤ ਵਾਲਾ ਰਸਤਾ ਪ੍ਰਵਾਨ ਹੈ, ਸਾਨੂੰ ਆਹ ਰਾਹ ਪ੍ਰਵਾਨ ਹੈ। ਹੁਣ ਧਿਆਨ ਦੇਣਾ, ਗੁਰੂ ਸਾਹਿਬ ਦੇ ਅੱਗੇ 3 ਸ਼ਰਤਾਂ ਰੱਖੀਆਂ। ਪਹਿਲੀ ਸ਼ਰਤ, ਕਰਾਮਾਤ ਦਿਖਾਓ। ਤੁਸੀਂ ਗੁਰੂ ਹੋ, ਲੋਕ ਤੁਹਾਨੂੰ ਰੱਬ ਮੰਨਦੇ ਨੇ, ਕਰਾਮਾਤ ਦਿਖਾਓ। ਮਹਾਰਾਜ ਕਹਿੰਦੇ ਨਹੀਂ, ਕਰਾਮਾਤ ਦਿਖਾਵਣੀ ਕਹਿਰ ਹੈ ਜ਼ਰੂਰੀ, ਪ੍ਰਭੂ ਰਜਾਏ ਮਿਟਾਏ ਕੇ ਪਰਨੋ ਹੈ ਦੂਰੀ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਗੁਰੂ ਨਾਨਕ ਦਾ ਧਰਮ ਕਰਾਮਾਤ ਵਿੱਚ ਯਕੀਨ ਨਹੀਂ ਰੱਖਦਾ। ਦੂਸਰੀ ਗੱਲ, ਇਸਲਾਮ ਬਣ ਜਾਓ, ਮੁਸਲਮਾਨ ਧਰਮ ਨੂੰ ਧਾਰਨ ਕਰ ਲਓ, ਕਿਉਂਕਿ ਉਹ ਜਾਣਦੇ ਨੇ ਜੇ ਇਹ ਮੁਸਲਮਾਨ ਬਣ ਗਏ ਪੂਰਾ ਹਿੰਦੁਸਤਾਨ ਬਣ ਜਾਵੇਗਾ। ਮਹਾਰਾਜ ਕਹਿੰਦੇ ਨਹੀਂ, ਇਸਲਾਮ ਕਬੂਲ ਨਹੀਂ ਕਰਨਾ, ਮੁਸਲਮਾਨ ਨਹੀਂ ਬਣਨਾ। ਤੇ ਫਿਰ ਤੀਸਰੀ ਸ਼ਰਤ ਕਹਿੰਦੇ ਤੁਹਾਨੂੰ ਸ਼ਹੀਦ ਹੋਣਾ ਪਵੇਗਾ। ਮਹਾਰਾਜ ਕਹਿੰਦੇ ਉਹ ਮਨਜ਼ੂਰ ਹੈ, ਮਹਾਰਾਜ ਕਹਿੰਦੇ ਉਹ ਮਨਜ਼ੂਰ ਹੈ। ਤੇ ਮੈਂ ਬੇਨਤੀ ਕਰਾਂ, ਸਾਫੀ ਖਾਨ ਕਾਜੀ ਅਬਦੁਲ ਵਾਹਬ ਕਹਿੰਦਾ ਵੀ ਇਹ ਤੇ ਡਰੇ ਨਹੀਂ, ਤੇ ਕਿਉਂ ਨਾ ਇਹਨਾਂ ਤੋਂ ਪਹਿਲਾਂ 3 ਸਿੱਖਾਂ ਨੂੰ ਅੱਤ ਦੇ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇ। ਪਹਿਲਾਂ ਮਤੀ ਦਾਸ ਨੂੰ ਸ਼ਹੀਦ ਕਰੋ। ਜੇ ਮਤੀ ਦਾਸ ਨਾ ਡਰਿਆ, ਸ਼ਹੀਦ ਹੋ ਗਿਆ, ਸਤੀ ਦਾਸ ਡਰ ਜਾਵੇਗਾ। ਜੇ ਸਤੀ ਦਾਸ ਜੀ ਨਾ ਡਰੇ, ਭਾਈ ਦਿਆਲਾ ਜੀ ਡਰ ਜਾਣਗੇ। ਤੇ ਜੇ ਭਾਈ ਦਿਆਲਾ ਜੀ ਵੀ ਨਾ ਡਰੇ, ਇਹਨਾਂ 3 ਨੂੰ ਸ਼ਹੀਦ ਕਰ ਦਿਓ। ਘੱਟੋ ਘੱਟ ਗੁਰੂ ਤੇਗ ਬਹਾਦਰ ਮਹਾਰਾਜ ਤੇ ਡਰ ਜਾਣਗੇ ਨਾ, ਗੁਰੂ ਸਾਹਿਬ ਤੇ ਡਰ ਜਾਣਗੇ। ਹੁਣ ਧਿਆਨ ਦੇਣਾ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ ਪੁੱਛਿਆ ਜਾਂਦਾ ਹੈ, ਤੁਸੀਂ ਕੌਣ ਹੋ? ਕਹਿੰਦੇ ਅਸੀਂ ਸਿੱਖ ਹਾਂ, ਇਹ ਸਾਡੇ ਗੁਰੂ ਨੇ, ਅਸੀਂ ਸਿੱਖ ਹਾਂ। ਮੈਂ ਬੇਨਤੀ ਕਰਾਂ ਸਾਧ ਸੰਗਤ, ਜੇ ਆਪਾਂ ਈਸਾਈਆਂ ਦੀ ਗੱਲ ਕਰੀਏ ਤੇ 13 ਸ਼ਬਦ ਨਾਲ ਉਹਨਾਂ ਨੂੰ ਬੜੀ ਨਫ਼ਰਤ ਹੈ। ਚੰਡੀਗੜ੍ਹ ਉਹਨਾਂ ਬਣਾਇਆ 12 ਸੈਕਟਰ, 14 ਸੈਕਟਰ ਹੈ, 13 ਸੈਕਟਰ ਨਹੀਂ। ਕਿਉਂ? ਜਿਸ ਦਿਨ ਹਜ਼ਰਤ ਈਸਾ ਜੀ ਨੂੰ ਸੂਲੀ ਤੇ ਚਾੜਿਆ ਜਾਣਾ ਹੈ, 13 ਚੇਲੇ ਨਾਲ ਗਏ ਨੇ। ਤੇ ਮੈਂ ਬੇਨਤੀ ਕਰਾਂ, ਉਹਨਾਂ ਨੂੰ ਪੁੱਛਿਆ ਜਾਂਦਾ ਤੁਸੀਂ ਕੌਣ ਹੋ? ਕਹਿੰਦੇ ਇਹ ਸਾਡੇ ਗੁਰੂ ਨੇ, ਅਸੀਂ ਚੇਲੇ ਹਾਂ। ਜਦੋਂ ਸ਼ਹੀਦੀਆਂ ਦੀ ਗੱਲ ਆਈ, ਉਹ ਕਹਿੰਦੇ ਨਾ ਇਹ ਸਾਡੇ ਗੁਰੂ ਤੇ ਨਾ ਅਸੀਂ ਇਹਨਾਂ ਦੇ ਚੇਲੇ। ਭਾਗਾਂ ਵਾਲਿਓ, ਇੱਥੇ ਫਿਰ ਇੱਕ ਕਹਾਵਤ ਬਣੀ, ਇੱਥੇ ਇੱਕ ਕਹਾਵਤ ਬਣੀ, ਜਿਹੜਾ ਬੰਦਾ ਸਿਰੇ ਦਾ ਨਿਕੰਮਾ ਹੋਵੇ, ਜਿਹੜਾ ਬੰਦਾ 2 ਬੇੜੀਆਂ 'ਚ ਪੈਰ ਰੱਖਦਾ ਹੋਵੇ, ਅਕਸਰ ਅਸੀਂ ਉਹਨੂੰ ਕਹਿ ਦਿੰਦੇ ਆ, ਭਾਈ ਨਾ ਤੂੰ 3 ਚੋਂ ਤੇ ਨਾ ਤੂੰ 13 ਚੋਂ, ਨਾ ਤੂੰ 3 ਚੋਂ ਨਾ ਤੂੰ 13 ਚੋਂ। 3 ਉਹ ਜਿਨ੍ਹਾਂ ਨੇ ਗੁਰੂ ਕਰਕੇ ਕੁਰਬਾਨੀ ਦੇ ਦਿੱਤੀ, ਤੇ 13 ਉਹ ਜਿਹੜੇ ਦੜ ਕੇ ਦੌੜ ਗਏ। ਨਾ ਤੂੰ 3 ਚੋਂ ਨਾ 13 ਚੋਂ। ਹੁਣ ਧਿਆਨ ਦੇਣਾ, ਸਤਿਕਾਰਯੋਗ ਭਾਈ ਮਤੀ ਦਾਸ ਜੀ, ਵਾਰੀ ਆਈ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਦੀ। ਆਰਾ ਆਣ ਜਲਾਦਾ ਨੇ ਰੱਖ ਦਿੱਤਾ, ਹੋਣੀ ਖੇਡ ਕੀ ਰੰਗ ਕਰਤਾਰਦਾ ਏ। ਮੌਤ ਹੱਸਦੀ ਆਰੇ ਦੇ ਦੰਦਿਆਂ ਤੇ, ਸਿਦਕ ਪਰਖਣਾ ਕਿਸੇ ਦੇ ਪਿਆਰ ਦਾ ਏ। ਮਤੀ ਦਾਸ ਦੇ ਹਿੱਸੇ ਵਿੱਚ ਮੌਤ ਆਈ, ਲਿਆ ਆਸਰਾ ਸੱਚੀ ਸਰਕਾਰ ਦਾ ਏ। ਵਾਰਸ ਸਿੱਖ ਨੂੰ ਮਰਨ ਦਾ ਚਾਅ ਚੜਿਆ, ਤੇ ਆਵਾਜ਼ਾਂ ਆਪ ਜਲਾਦ ਨੂੰ ਮਾਰਦਾ ਏ, ਆਵਾਜ਼ਾਂ ਆਪ ਜਲਾਦ ਨੂੰ ਮਾਰਦਾ ਏ। ਹੁਣ ਧਿਆਨ ਦੇਣਾ, ਜਲਾਦ ਨੇ ਕੋਲ ਆਰਾ ਲਿਆਂਦਾ, ਭਾਈ ਜੀ ਆਰੇ ਨਾਲ ਲੱਕੜਾਂ ਚੀਰੀਆਂ ਜਾਂਦੀਆਂ ਨੇ, ਰੁੱਖ ਚੀਰੇ ਜਾਂਦੇ ਨੇ, ਆਰੇ ਨਾਲ ਲੱਕੜਾਂ ਨਹੀਂ, ਰੁੱਖ ਨਹੀਂ, ਅੱਜ ਤੁਹਾਨੂੰ ਚੀਰਿਆ ਜਾਣਾ ਹੈ। ਭਾਈ ਜੀ ਕੋਈ ਅੰਤਮ ਖਾਹਿਸ਼ ਹੈ? ਕਾਜੀ ਆਖਦਾ, ਦੱਸ ਖਾਂ ਮਤੀ ਦਾਸਾ, ਤੇਰੀ ਆਖਰੀ ਇੱਛਾ ਹੱਲ ਹੋਵੇ, ਜੋ ਤੂੰ ਚਾਹੁੰਦਾ ਉਹ ਤੂੰ ਪਾ ਸਕਦਾ, ਉਹ ਹਾਜ਼ਰ ਹੀ ਉਸੇ ਪਲ ਹੋਵੇ। ਮਾਫ ਕਰਨਾ ਭਾਗਾਂ ਵਾਲਿਓ, ਜਿਹੜੀਆਂ ਪੰਕਤੀਆਂ ਤੋਂ ਮੈਂ ਕਥਾ ਸ਼ੁਰੂ ਕੀਤੀ ਸੀ ਨਾ, ਮਹਾਰਾਜ ਨੇ ਕਿਹਾ, ਜਮ ਕੋ ਤਰਾਸ ਭਇਓ ਔਰ ਅੰਤਰ। ਦੁਨੀਆ ਦਾ ਹਰ ਬੰਦਾ ਮੌਤ ਤੋਂ ਡਰਦਾ ਹੈ। ਕਿਉਂ ਡਰਦੇ ਆ ਕਿ ਨਹੀਂ ਡਰਦੇ? ਦੁਨੀਆ ਦਾ ਹਰ ਬੰਦਾ ਮੌਤ ਤੋਂ ਡਰਦਾ ਹੈ, ਦੁਨੀਆ ਦਾ ਹਰ ਬੰਦਾ ਮਰਨ ਤੋਂ ਡਰਦਾ ਹੈ। ਇਹ ਮੈਂ ਨਹੀਂ ਕਹਿੰਦਾ, ਇਹ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ। ਮਹਾਰਾਜ ਕਹਿੰਦੇ, ਮਰਨੇ ਤੇ ਜਗਤ ਡਰੇ, ਜੀਵਿਆ ਲੋੜੇ ਸਭ ਕੋਏ। ਦੁਨੀਆ ਦਾ ਹਰ ਬੰਦਾ ਮੌਤ ਤੋਂ ਡਰਦਾ ਹੈ, ਮਰਨ ਤੋਂ ਡਰਦਾ ਹੈ। ਦੁਨੀਆ ਦਾ ਹਰ ਬੰਦਾ ਜ਼ਿੰਦਗੀ ਜਿਉਣੀ ਚਾਹੁੰਦਾ ਹੈ, ਲੰਬੀ ਜ਼ਿੰਦਗੀ ਜਿਉਣੀ ਚਾਹੁੰਦਾ ਹੈ।
ਤੇ ਮੈਂ ਬੇਨਤੀ ਕਰਾਂ, ਜਿਹੜਾ ਰੱਬ ਦੀ ਭਗਤੀ ਕਰਦਾ, ਪਰਮਾਤਮਾ ਦੀ ਭਗਤੀ ਕਰਦਾ ਏ, ਉਹਦੇ ਅੰਦਰੋਂ ਮੌਤ ਦਾ ਡਰ ਖਤਮ ਹੋ ਜਾਂਦਾ ਏ, ਉਹਦੀ ਅਵਸਥਾ ਬਣ ਜਾਂਦੀ ਏ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾਂ ਹਮਾਰੇ ਬਾਰ। ਭਾਗਾਂ ਵਾਲਿਓ, ਉਹਦੀ ਇਹ ਅਵਸਥਾ ਬਣ ਜਾਂਦੀ ਹੈ। ਸੋ ਕਤ ਡਰੇ ਜੇ ਖਸਮ ਸੰਭਾਰੇ। ਜਿਹੜਾ ਰੱਬ ਦੀ ਭਗਤੀ ਕਰਦਾ ਉਹਨੂੰ ਕੋਈ ਡਰ ਨਹੀਂ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਭੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਜੇ ਮੇਰੇ ਸਾਹਮਣੇ ਕਿਸੇ ਨੇ ਆਰਾ ਰੱਖਿਆ ਹੋਵੇ, ਮੈਨੂੰ ਅੰਤਿਮ ਖਾਹਿਸ਼ ਪੁੱਛੇ, ਮੈਂ ਹੱਥ ਜੋੜ ਕੇ ਕਵਾਂਗਾ, ਜੋ ਤੁਸੀਂ ਕਹੋਗੇ ਮੈਨੂੰ ਪ੍ਰਵਾਨ ਹੈ, ਮੈਨੂੰ ਬਖਸ਼ ਦਿਓ, ਮੈਨੂੰ ਜ਼ਿੰਦਗੀ ਦੇ ਦਿਓ। ਪਰ ਭਾਈ ਮਤੀ ਦਾਸ ਨੂੰ ਅੰਤਿਮ ਖਾਹਿਸ਼ ਪੁੱਛੀ ਜਾਂਦੀ। ਕਾਜੀ ਆਖਦਾ, ਦੱਸ ਖਾਂ ਮਤੀ ਦਾਸਾ, ਤੇਰੀ ਆਖਰੀ ਇੱਛਾ ਹੱਲ ਹੋਵੇ, ਜੋ ਤੂੰ ਚਾਹੁੰਦਾ ਉਹ ਤੂੰ ਪਾ ਸਕਦਾ, ਉਹ ਹਾਜ਼ਰ ਹੀ ਉਸੇ ਪਲ ਹੋਵੇ। ਤੇ ਅੱਗੋਂ ਭਾਈ ਮਤੀ ਦਾਸ ਜੀ ਜਵਾਬ ਦਿੰਦੇ ਨੇ, ਅੱਗੋਂ ਹੱਸ ਕਿਆ ਮਤੀ ਦਾਸ ਪਿਆਰੇ, ਮੇਰੀ ਆਖਰੀ ਇੱਛਾ ਹੱਲ ਹੋਵੇ, ਜਦੋਂ ਮੇਰੇ ਸੀਸ ਤੇ ਚੱਲੇ ਆਰਾ, ਮੇਰਾ ਮੂੰਹ ਮੇਰੇ ਮੁਰਸ਼ਦ ਵੱਲ ਹੋਵੇ, ਮੇਰਾ ਮੂੰਹ ਮੇਰੇ ਮੁਰਸ਼ਦ ਵੱਲ ਹੋਵੇ। ਭਾਗਾਂ ਵਾਲਿਓ, ਇਹਨੂੰ ਕਹਿੰਦੇ ਨੇ ਪਿਆਰ, ਇਹਨੂੰ ਕਹਿੰਦੇ ਨੇ ਪਿਆਰ। ਭਾਈ ਮਤੀ ਦਾਸ ਨੇ ਗੁਰੂ ਸਾਹਿਬ ਦੇ ਇਹਨਾਂ ਬਚਨਾਂ ਦੀ ਵਿਆਖਿਆ ਕਰਕੇ ਦਿਖਾ ਦਿੱਤੀ, ਜਿਸ ਪਿਆਰੇ ਸਿਉ ਨੇ ਤਿਸ ਆਗੇ ਮਰ ਚੱਲੀਏ। ਭਾਈ ਮਤੀ ਦਾਸ ਨੇ ਬਾਬਾ ਕਬੀਰ ਸਾਹਿਬ ਦੇ ਇਹਨਾਂ ਬਚਨਾਂ ਤੇ ਪਹਿਰਾ ਦਿੱਤਾ, ਇਹਨਾਂ ਬਚਨਾਂ ਦੀ ਵਿਆਖਿਆ ਕਰ ਦਿੱਤੀ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਮਰਜ ਪੇਠ ਨਾ ਕਰਿਓ, ਆਰੇ ਨਾਲ ਸਰੀਰ ਦੋ ਫਾੜ ਹੋ ਜਾਵੇ, ਇਹ ਤੇ ਮਨਜ਼ੂਰ ਹੈ, ਪਰ ਸਤਿਗੁਰੂ ਪਾਤਸ਼ਾਹ ਤੁਸੀਂ ਪਿੱਠ ਨਾ ਕਰਿਓ, ਮੈਂ ਜਿਉਂਦੇ ਜੀ ਮਰ ਜਾਵਾਂਗਾ ਜੇ ਤੁਸੀਂ ਮੇਰੇ ਵੱਲੋਂ ਪਿੱਠ ਕਰ ਦਿੱਤੀ। ਤੇ ਮੈਂ ਬੇਨਤੀ ਕਰਾਂ, ਗੁਰੂ ਦੀ ਪਿੱਠ ਉਦਣ ਹੁੰਦੀ ਹੈ ਜਿੱਦਣ ਸਿੱਖ ਬੇਮੁਖ ਹੋ ਜਾਂਦਾ ਹੈ, ਜਿੱਦਣ ਸਿੱਖ ਗੁਰੂ ਦੇ ਦੱਸੇ ਰਾਹ ਤੇ ਨਹੀਂ ਚੱਲਦਾ, ਜਿੱਦਣ ਸਿੱਖ ਆਪਣੇ ਗੁਰੂ ਦੀ ਗੱਲ ਨਹੀਂ ਮੰਨਦਾ। ਮੈਂ ਬੇਨਤੀ ਕਰਾਂ ਸਾਧ ਸੰਗਤ, ਭਾਈ ਮਤੀ ਦਾਸ ਦੇ ਸੀਸ ਤੇ ਆਰਾ ਰੱਖਿਆ ਗਿਆ। ਜਪਜੀ ਸਾਹਿਬ ਦਾ ਪਾਠ ਆਰੰਭ ਹੋਇਆ। ਪਹਿਲੀ ਵਾਰ ਹੈ ਜੀ ਦੁਨੀਆ ਦੇ ਇਤਿਹਾਸ ਵਿੱਚ, ਪਹਿਲੀ ਵਾਰ ਹੈ ਆਰੇ ਨਾਲ ਲੱਕੜਾਂ ਚੀਰੀਆਂ ਜਾਂਦੀਆਂ ਨੇ, ਪਰ ਪਹਿਲੀ ਵਾਰ ਦੁਨੀਆ ਦੇ ਇਤਿਹਾਸ ਦੇ ਵਿੱਚ ਆਰੇ ਨਾਲ ਸਰੀਰ ਨੂੰ ਚੀਰਿਆ ਜਾ ਰਿਹਾ ਹੈ। ਜਪਜੀ ਸਾਹਿਬ ਦਾ ਪਾਠ ਆਰੰਭ ਹੋਇਆ, ਆਰੇ ਨੇ ਸਰੀਰ ਦੋ ਫਾੜ ਕਰ ਦਿੱਤਾ ਤੇ ਭਾਈ ਮਤੀ ਦਾਸ ਦੇ ਮੂੰਹ ਵਿੱਚੋਂ ਆਵਾਜ਼ ਨਿਕਲਦੀ ਹੈ, ਨਾ ਹੋ ਮਰੇ ਨਾ ਠਾਗੇ ਜਾਹੇ, ਜਿਨ ਕੇ ਰਾਮ ਵਸੇ ਮਨ ਮਾਹੇ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਰੀ ਆਈ ਭਾਈ ਸਤੀ ਦਾਸ ਜੀ ਦੀ। ਭਾਈ ਸਤੀ ਦਾਸ ਦੇ ਅੱਗੇ ਵੀ ਸ਼ਰਤਾਂ ਰੱਖੀਆਂ ਜਾਂਦੀਆਂ ਨੇ। ਭਾਈ ਸਤੀ ਦਾਸ ਜੀ ਕਹਿੰਦੇ ਸ਼ਹਾਦਤ ਮਨਜ਼ੂਰ ਹੈ, ਰੂਹ ਵਿੱਚ ਲਪੇਟ ਕੇ। ਤੁਸੀਂ ਦੁਨੀਆ ਦੇ ਇਤਿਹਾਸ ਵਿੱਚ ਵੇਖਿਆ ਹੋਵੇਗਾ, ਰੂਹ ਨਾਲ ਸਰਾਣੇ ਭਰੇ ਜਾਂਦੇ ਨੇ, ਰਜਾਈਆਂ ਤਲਾਈਆਂ ਭਰੀਆਂ ਜਾਂਦੀਆਂ ਨੇ, ਸੋਫੇ ਬਣਦੇ ਨੇ, ਬੈੱਡ ਬਣਦੇ ਨੇ, ਪਰ ਮੈਂ ਬੇਨਤੀ ਕਰਾਂ, ਅੱਜ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਰੂਹ ਵਿੱਚ ਲਪੇਟ ਕੇ ਕਿਸੇ ਦਾ ਸਰੀਰ ਨਹੀਂ ਸਾੜਿਆ ਗਿਆ। ਸਤੀ ਦਾਸ ਰੂਹ ਵਿੱਚ ਲਪੇਟ ਕੇ ਰੂਹ ਨੂੰ ਅੱਗ ਲਾ ਦਿੱਤੀ। ਇਤਿਹਾਸ ਕਹਿੰਦਾ ਸਾਰਾ ਦਿਨ ਭਾਈ ਸਤੀ ਦਾਸ ਦਾ ਸਰੀਰ ਸੜਦਾ ਰਿਹਾ, ਸੀ ਤੱਕ ਨਹੀਂ ਕੀਤੀ ਜੀ, ਸੀ ਤੱਕ। ਭਾਗਾਂ ਵਾਲਿਓ, ਵਾਰੀ ਆਈ ਸਤਿਕਾਰਯੋਗ ਭਾਈ ਦਿਆਲਾ ਜੀ ਦੀ। ਮੈਂ ਬੇਨਤੀ ਕਰਾਂ, ਭਾਈ ਦਿਆਲਾ ਜੀ ਜਿਹੜੇ ਭਾਈ ਮਣੀ ਸਿੰਘ ਦੇ ਭਰਾ ਨੇ। ਭਾਈ ਮਣੀ ਸਿੰਘ 11 ਭਰਾ ਸੀ, 11 ਮਾਫ ਕਰਨਾ 12 ਭਰਾ ਸੀ। ਇੱਕ ਬਚਪਨ ਵਿੱਚ ਚਲਿਆ ਗਿਆ, ਬਾਕੀ 11 ਦੇ 11 ਭਰਾਵਾਂ ਨੇ ਸ਼ਹਾਦਤ ਦਾ ਜਾਮ ਪੀਤਾ। ਔਰ ਕੁਝ ਵਿਦਵਾਨ 52 ਜੀ ਕਹਿੰਦੇ ਨੇ, ਕੁਝ ਵਿਦਵਾਨ 92 ਜੀ ਕਹਿੰਦੇ ਨੇ ਵੀ ਭਾਈ ਮਣੀ ਸਿੰਘ ਦੇ ਪਰਿਵਾਰ ਦੇ ਭਾਗਾਂ ਵਾਲਿਓ 92 ਜੀ ਜਿਹੜੇ ਨੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਲਿਖਿਆ, ਜਿੰਨੇ ਜਿੰਨੀ ਖੋਜ ਕੀਤੀ ਉਹਨੇ ਉਹਨਾਂ ਲਿਖ ਦਿੱਤਾ। ਮੈਂ ਬੇਨਤੀ ਕਰਾਂ, ਸਿੱਖ ਇਤਿਹਾਸ ਦੇ ਅੰਦਰ ਜੇਕਰ ਸਭ ਤੋਂ ਵੱਧ ਕੁਰਬਾਨੀਆਂ ਕਿਸੇ ਪਰਿਵਾਰ ਨੇ ਦਿੱਤੀਆਂ ਤੇ ਉਹ ਸਤਿਕਾਰਯੋਗ ਭਾਈ ਮਣੀ ਸਿੰਘ ਦੇ ਪਰਿਵਾਰ ਨੇ ਦਿੱਤੀਆਂ। ਹੁਣ ਸਾਧ ਸੰਗਤ, ਵਾਰੀ ਆਈ ਸਤਿਕਾਰਯੋਗ ਭਾਈ ਦਿਆਲਾ ਜੀ ਦੀ।
ਜਦੋਂ ਭਾਈ ਦਿਆਲਾ ਜੀ ਦੀ ਵਾਰੀ ਆਈ, ਭਾਈ ਮਤੀ ਦਾਸ ਸ਼ਹੀਦ ਹੋ ਗਏ, ਭਾਈ ਸਤੀ ਦਾਸ ਵੀ ਸ਼ਹੀਦ ਹੋ ਗਏ। ਭਾਗਾਂ ਵਾਲਿਓ, ਉਹ ਆਪਣੇ ਇਰਾਦੇ ਤੇ ਦ੍ਰਿੜ ਰਹੇ, ਆਪਣੇ ਸੰਕਲਪ ਤੇ ਦ੍ਰਿੜ ਰਹੇ, ਉਹਨਾਂ ਨੂੰ ਕੋਈ ਡੁਲਾ ਨਹੀਂ ਸਕਿਆ, ਉਹਨਾਂ ਦੇ ਮਨਸੂਬੇ ਤੋਂ ਉਹਨਾਂ ਨੂੰ ਕੋਈ ਉਖਾੜ ਨਹੀਂ ਸਕਿਆ। ਵਾਰੀ ਆਈ ਭਾਈ ਦਿਆਲਾ ਜੀ ਦੀ। ਭਾਗਾਂ ਵਾਲਿਓ, ਇੱਕ ਦੇਗ ਲਈ ਗਈ, ਦੇਗ ਬਹੁਤ ਵੱਡਾ ਪਤੀਲਾ ਲਿਆ ਗਿਆ, ਉਹਨੂੰ ਅੱਗ ਦੇ ਉੱਤੇ ਰੱਖਿਆ ਗਿਆ, ਥੱਲੇ ਅੱਗ ਦੇ ਭਾਂਬੜ ਮੱਚ ਰਹੇ ਨੇ, ਪਾਣੀ ਉਬਲਣਾ ਸ਼ੁਰੂ ਹੋ ਗਿਆ। ਤੁਸੀਂ ਦੁਨੀਆ ਦੇ ਇਤਿਹਾਸ ਵਿੱਚ ਵੇਖਿਆ ਹੋਵੇਗਾ, ਪਾਣੀ ਦੇ ਵਿੱਚ ਦਾਲਾਂ ਉਬਾਲੀਆਂ ਜਾਂਦੀਆਂ ਨੇ, ਪਾਣੀ ਵਿੱਚ ਸਬਜ਼ੀਆਂ ਉਬਾਲੀਆਂ ਜਾਂਦੀਆਂ ਨੇ, ਪਾਣੀ ਵਿੱਚ ਹੋਰ ਬਹੁਤ ਕੁਝ ਉਬਾਲਿਆ ਜਾਂਦਾ, ਪਰ ਅੱਜ ਤੱਕ ਦੁਨੀਆ ਦੇ ਇਤਿਹਾਸ ਵਿੱਚ ਪਾਣੀ ਦੇ ਵਿੱਚ ਕਿਸੇ ਦਾ ਜਿਹੜਾ ਸਰੀਰ ਨਹੀਂ ਉਬਾਲਿਆ ਗਿਆ। ਭਾਗਾਂ ਵਾਲਿਓ, ਜਾਂ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਬਲਦੀ ਦੇਗ ਵਿੱਚ ਤਸੀਹੇ ਦਿੱਤੇ, ਤੇ ਜਾਂ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਦੇ ਵਿੱਚ ਤਸੀਹੇ ਦਿੱਤੇ ਗਏ। ਮੈਂ ਬੇਨਤੀ ਕਰਾਂ, ਭਾਈ ਦਿਆਲਾ ਜੀ ਕਈ ਘੰਟੇ ਵੇਖੋ ਜੀ, ਸਾਡੇ ਸਾਰਿਆਂ ਦੇ ਘਰ ਗੀਜ਼ਰ ਲੱਗੇ ਨੇ, ਮਾੜਾ ਜਿਹਾ ਪਾਣੀ ਕਿਤੇ ਗਰਮ ਹੋਵੇ ਨਾ, ਤੇ ਕਿਤੇ ਨਹਾਉਣ ਲੱਗਿਆ ਮਾੜਾ ਜਿਹਾ ਗਰਮ ਪਾਣੀ ਸਾਡੇ ਪਿੰਡੇ ਤੇ ਪੈ ਜਾਵੇ, ਸਾਡੀਆਂ ਚੀਸਾਂ ਨਿਕਲ ਜਾਂਦੀਆਂ ਨੇ, ਸਾਡੀਆਂ ਧਾਹਾਂ ਨਿਕਲ ਜਾਂਦੀਆਂ ਨੇ। ਪਰ ਕਮਾਲ ਦੀ ਗੱਲ ਹੈ, ਜਦੋਂ ਉਹ ਪਾਣੀ ਉਬਲਣਾ ਸ਼ੁਰੂ ਹੋ ਗਿਆ, ਪਾਣੀ ਉਬਾਲੇ ਮਾਰਨਾ ਸ਼ੁਰੂ ਹੋ ਗਿਆ, ਤੇ ਭਾਈ ਦਿਆਲਾ ਜੀ ਨੂੰ ਕਹਿੰਦੇ ਨੇ, ਤੁਹਾਨੂੰ ਇਸ ਦੇਗ ਵਿੱਚ ਬੈਠਣਾ ਪਵੇਗਾ, ਜੇ ਨਹੀਂ ਬੈਠਣਾ ਚਾਹੁੰਦੇ ਤੇ ਇਸਲਾਮ ਕਬੂਲ ਕਰ ਲਵੋ। ਭਾਈ ਦਿਆਲਾ ਜੀ ਕਹਿੰਦੇ, ਨਹੀਂ, ਮੈਨੂੰ ਇਸ ਦੇਗ ਵਿੱਚ ਬੈਠਣਾ ਪ੍ਰਵਾਨ ਹੈ। ਚੌਂਕੜਾ ਮਾਰ ਕੇ ਭਾਈ ਦਿਆਲਾ ਜੀ ਦੇਗ ਵਿੱਚ ਬਹਿ ਗਏ, ਸਤਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕਰ ਦਿੱਤਾ, ਧਿਆਨ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਹੈ। ਕਈ ਘੰਟੇ ਭਾਈ ਦਿਆਲਾ ਜੀ ਉਸ ਉਬਲਦੀ ਦੇਗ ਦੇ ਵਿੱਚ ਉਬਾਲੇ ਖਾਂਦੇ ਰਹੇ, ਸਾਰੇ ਸਰੀਰ ਤੋਂ ਚਰਬੀ ਝੜ ਗਈ। ਭਾਗਾਂ ਵਾਲਿਓ, ਅੰਤ ਨੂੰ ਭਾਈ ਦਿਆਲਾ ਜੀ ਵੀ ਸ਼ਹਾਦਤ ਦਾ ਜਾਮ ਪੀ ਗਏ। ਭਾਈ ਮਤੀ ਦਾਸ ਵੀ ਸ਼ਹੀਦ ਹੋ ਗਏ, ਸਤਿਕਾਰਯੋਗ ਭਾਈ ਸਤੀ ਦਾਸ ਵੀ ਸ਼ਹੀਦ ਹੋ ਗਏ, ਤੇ ਭਾਈ ਦਿਆਲਾ ਜੀ ਵੀ ਸ਼ਹਾਦਤ ਦਾ ਜਾਮ ਪੀ ਗਏ। ਹੁਣ ਧਿਆਨ ਦੇਣਾ ਸਾਧ ਸੰਗਤ, ਜਦੋਂ ਇਹ ਤਿੰਨੇ ਗੁਰੂ ਦੇ ਸਿੱਖ, ਗੁਰੂ ਦੇ ਲਾਲ, ਇਹ ਸ਼ਹਾਦਤ ਦਾ ਜਾਮ ਪੀ ਗਏ, ਤੇ ਵਾਰੀ ਆਈ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ। ਕਿਉਂਕਿ ਗੁਰੂ ਸਾਹਿਬ ਆਗੂ ਬਣੇ ਨੇ, ਪੂਰੇ ਧਰਮ ਦੀ ਜ਼ਿੰਮੇਵਾਰੀ ਚੁੱਕੀ ਹੈ, ਤੇ ਕੋਸ਼ਿਸ਼ ਇਹੋ ਹੀ ਹੈ ਸਾਫੀ ਖਾਨ ਦੀ, ਕਾਜੀ ਅਬਦੁਲ ਵਾਹਬ ਦੀ, ਕਿ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਸਾਹਿਬ ਨੂੰ ਈਨ ਮਨਵਾ ਲਈ ਜਾਵੇ, ਗੁਰੂ ਸਾਹਿਬ ਮੁਸਲਮਾਨ ਬਣ ਜਾਣ। ਜੇ ਗੁਰੂ ਸਾਹਿਬ ਮੁਸਲਮਾਨ ਬਣ ਗਏ, ਕੰਮ ਬਹੁਤ ਸੌਖਾ ਹੋ ਜਾਣਾ। ਪੂਰੇ ਹਿੰਦੁਸਤਾਨ ਦੇ ਵਿੱਚ ਇੱਕੋ ਧਰਮ ਹੋਵੇਗਾ, ਉਹ ਧਰਮ ਕੇਵਲ ਤੇ ਕੇਵਲ ਇਸਲਾਮ ਹੋਵੇਗਾ। ਨਾਰੇ ਲੱਗਣਗੇ, ਜਾ ਅਲੀ ਜਾ ਅੱਲਾ ਦੇ ਲੱਗਣਗੇ, ਝੰਡਾ ਝੂਲੇਗਾ, ਕੇਵਲ ਇਸਲਾਮ ਦਾ ਝੂਲੇਗਾ, ਹੋਰ ਕੋਈ ਧਰਮ ਇਸ ਹਿੰਦੁਸਤਾਨ ਦੇ ਵਿੱਚ ਨਹੀਂ ਹੋਵੇਗਾ। ਮੈਂ ਬੇਨਤੀ ਕਰਾਂ ਸਾਧ ਸੰਗਤ, ਇਹ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਕਿਉਂਕਿ ਤੋਰਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ, ਵੀ ਪਿਤਾ ਜੀ ਜਾਓ, ਕੁਰਬਾਨੀ ਦੇਣੀ ਪੈਣੀ ਹੈ। ਭਾਗਾਂ ਵਾਲਿਓ, ਕਿਹਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਮਾਤਾ ਗੁਜਰ ਕੌਰ ਜੀ ਨੂੰ, ਕਿ ਪਤੀ ਦਾ ਸਾਇਆ ਉੱਠ ਗਿਆ, ਤੁਸੀਂ ਵਿਧਵਾ ਹੋ ਜਾਓਗੇ, ਤੁਹਾਨੂੰ ਜ਼ਿੰਦਗੀ ਕੱਟਣੀ ਔਖੀ ਹੋ ਜਾਵੇਗੀ। ਤੇ ਮਾਤਾ ਗੁਜਰ ਕੌਰ ਨੇ ਕਿਹਾ ਸੀ, ਜੇ ਮੇਰੇ ਵਿਧਵਾ ਹੋਇਆਂ ਪੂਰੇ ਹਿੰਦੁਸਤਾਨ ਦੀਆਂ ਔਰਤਾਂ ਵਿਧਵਾ ਹੋਣੋਂ ਬਚ ਸਕਦੀਆਂ ਨੇ, ਤੇ ਮੈਨੂੰ ਵਿਧਵਾ ਹੋਣਾ ਮਨਜ਼ੂਰ ਹੈ। ਮੈਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਪੁੱਛਿਆ ਸੀ, ਪੁੱਤਰਾ, ਤੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਤੇ ਤੂੰ ਅਨਾਥ ਹੋ ਜਾਵੇਂਗਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਜੇ ਮੇਰੇ ਅਨਾਥ ਹੋਇਆਂ ਪੂਰੇ ਹਿੰਦੁਸਤਾਨ ਦੇ ਬੱਚੇ ਅਨਾਥ ਹੋਣੋਂ ਬਚ ਸਕਦੇ ਨੇ, ਪਿਤਾ ਜੀ ਮੈਨੂੰ ਅਨਾਥ ਹੋਣਾ ਮਨਜ਼ੂਰ ਹੈ, ਮੈਨੂੰ ਅਨਾਥ ਹੋਣਾ। ਕਿਸੇ ਵਿਦਵਾਨ ਨੇ 4 ਲਾਈਨਾਂ ਬੜੀਆਂ ਸੋਹਣੀਆਂ ਲਿਖੀਆਂ, ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗਾ। ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿੱਦਾਂ, ਮਾਤਾ ਗੁਜਰੀ ਦੇ ਨਾਲ ਸੀ ਹੋਈ ਜਿੱਦਾਂ, ਕਿਸੇ ਨਾਲ ਨਹੀਂ ਹੋਈ ਤੇ ਨਾ ਹੋਣੀ, ਖੇਡਾਂ ਖੇਡੀਆਂ ਹੋਣੀ ਨਾਲ ਉਮਰ ਸਾਰੀ, ਸਿਰ ਤੇ ਗੁਜਰੀ ਦੇ ਗੁਜਰੀ ਸੀ ਤਾਂ ਹੋਣੀ, ਜਿਹੋ ਜਈ ਸੀ ਪਿਤਾ ਦਸ਼ਮੇਸ਼ ਜੀ ਤੇ,
ਇਹੋ ਜਈ ਨਹੀਂ ਕਿਸੇ ਤੇ ਛਾਂ ਹੋਣੀ, ਉਹ ਗੋਬਿੰਦ ਜਿਹਾ ਨਹੀਂ ਕਿਸੇ ਦਾ ਪੁੱਤ ਹੋਣਾ, ਤੇ ਗੁਜਰੀ ਜਈ ਨਹੀਂ ਕਿਸੇ ਦੀ ਮਾਂ ਹੋਣੀ, ਗੁਜਰੀ ਜਈ ਨਹੀਂ ਕਿਸੇ ਦੀ ਮਾਂ ਹੋਣੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਧੰਨ ਮਾਤਾ ਗੁਜਰ ਕੌਰ ਜੀ। ਇਸੇ ਕਰਕੇ ਗਿਆਨੀ ਗਿਆਨ ਸਿੰਘ ਲਿਖਦੇ ਨੇ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪ੍ਰਪਾਕ ਪਾਪ ਪ੍ਰਪਕ ਜਾਤੇ ਧਰਮ ਤਸਕ ਜਾਤੇ, ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ, देवी देव देहुरा संतोख सिंगा दूर होते, रीत मिट जाती कथा बेदन पुराण की, श्री गुरु गोबिंद सिंह पावन पूर्ण मूर्त, मूर्त न होती जो पै कृपा निदान की। श्री गुरु गोबिंद सिंह पावन परमसूर, मूर्त न होती जो पै कृपा निदान की। ना कहूँ अब की ना कहूँ तब की, अगर ना होते गुरु गोबिंद सिंह तो सुन्नत होती सब की, सुन्नत होती सब की। गुज्जर लोहार अहीर कमजात, कंबोय शूद्र ना को पुछे बात, चीवर नाई रोड़े कम्यार, सैनी सनियारे और चम्यार, भट्ट और ब्राह्मण हुत्ते मगवार, बहु रुपये लुबाणे कम्यार, इन गरीब सिखण को देऊं पातशाही, याद करे हमरी गुरियाई, याद करे हमरी गुरियाई। इन्हीं से राजे उपजाऊं, राज करण की रीत सिखाऊं, 1.25 लाख से एक लड़ाऊं, तबै गोबिंद सिंह नाम कहाऊं, तबै गोबिंद सिंह नाम कहाऊं। सद संगत गुरु तेग बहादुर महाराज दी वारी आई। मैं बेनती करा जी, काजी अब्दुल वाहब जो 1 नंबर दा लालची ते बहुत ज़्यादा लोभी सी, साफी खान ने कहा बहुत सारा पैसा दवांगा जे तू गुरु तेग बहादुर महाराज दे विरुद्ध फतवा जारी कर दवें। ते अंत नूं काजी हार के फतवा जारी करदा है भी गुरु साहब दा जिहड़ा सीस है वो धड़ तो अलग कर दिओ। इत्थे एक बेनती करां जी, जदों ये फतवा जारी होया, जलाल दीन जिहड़ा जलाद है समाणे दा, जलाल दीन ਜਿਹੜਾ ਸਮਾਣੇ ਦਾ ਜਲਾਦ ਹੈ, ਉਹ ਸਮਾਣੇ ਦਾ ਰਹਿਣ ਵਾਲਾ। 2 ਤਰ੍ਹਾਂ ਦੇ ਜਲਾਦ ਨੇ, ਇੱਕ ਤੇ ਖਾਨਦਾਨੀ ਜਲਾਦ ਹੈ, ਇੱਕ ਆਮ ਜਲਾਦ ਹੈ। ਜਦੋਂ ਵੀ ਕਿਸੇ ਧਰਮੀ ਪੁਰਖ ਨੂੰ ਸ਼ਹੀਦ ਕੀਤਾ ਜਾਂਦਾ ਸੀ ਤੇ ਖਾਨਦਾਨੀ ਜਲਾਦ ਕੋਲੋਂ ਸ਼ਹੀਦ ਕਰਵਾਇਆ ਜਾਂਦਾ ਸੀ। ਹੁਣ ਧਿਆਨ ਦੇਣਾ, ਜਲਾਲਦੀਨ ਜਲਾਦ ਜਿਹੜਾ ਸਮਾਣੇ ਦਾ ਰਹਿਣ ਵਾਲਾ, ਜਦੋਂ ਕਾਜੀ ਨੇ ਫਤਵਾ ਜਾਰੀ ਕੀਤਾ, ਉਸ ਜਲਾਦ ਨੇ ਮਿਆਣ ਵਿੱਚੋਂ ਕਿਰਪਾਨ ਕੱਢੀ ਤੇ ਕਿਰਪਾਨ ਕੱਢ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਡਰਾਉਣ ਲੱਗਾ, ਮੇਰੇ ਪਾਤਸ਼ਾਹ ਨੂੰ ਡਰਾਉਣ ਲੱਗਾ। ਇਤਿਹਾਸ ਕਹਿੰਦਾ, ਮੈਂ ਗਿਆਨੀ ਮਾਨ ਸਿੰਘ ਝੌਰ ਨੂੰ ਸੁਣ ਰਿਹਾ ਸੀ ਤੇ ਗਿਆਨੀ ਮਾਨ ਸਿੰਘ ਝੌਰ ਕਹਿੰਦੇ ਵੀ ਜਦੋਂ ਕਿਰਪਾਨ ਕੱਢ ਕੇ ਜਲਾਦ ਡਰਾਉਣ ਲੱਗਾ ਨਾ, ਤੇ ਗੁਰੂ ਸਾਹਿਬ ਖਿੜਖੜਾ ਕੇ ਹੱਸੇ, ਮਹਾਰਾਜ ਖਿੜਖੜਾ ਕੇ ਹੱਸੇ। ਹੁਣ ਇੱਥੇ ਗਿਆਨੀ ਮਾਨ ਸਿੰਘ ਝੌਰ ਇੱਕ ਹੋਰ ਬੜੀ ਵਧੀਆ ਗੱਲ ਕਹਿੰਦਾ। ਗਿਆਨੀ ਮਾਨ ਸਿੰਘ ਝੌਰ ਕਹਿੰਦਾ 59 ਸ਼ਬਦ ਨੇ ਗੁਰੂ ਸਾਹਿਬ ਦੇ ਤੇ 57 ਸ਼ਲੋਕ ਨੇ, 59 ਸ਼ਬਦ ਨੇ, 57 ਸ਼ਲੋਕ ਨੇ। ਕਹਿੰਦਾ ਸਾਰੀ ਬਾਣੀ ਪੜ੍ਹ ਲਓ। ਮਹਾਰਾਜ ਦੀ ਸਾਰੀ ਬਾਣੀ ਵਿਰਾਗਮਈ ਸੀ, ਵਿਰਾਗਮਈ ਬਾਣੀ ਹੈ, ਮਹਾਰਾਜ ਵਿਰਾਗ 'ਚ ਰਹਿੰਦੇ ਸੀ। ਔਰ ਕਮਾਲ ਦੀ ਗੱਲ ਹੈ, ਘਰ ਵਿੱਚ ਸਾਲ ਬਾਅਦ ਪੁੱਤ ਹੋਇਆ ਹੋਵੇ ਤਾਂ ਮਾਂ ਪਿਓ ਕਿੰਨੀ ਖੁਸ਼ੀ ਮਨਾਉਂਦਾ ਏ। ਗੁਰੂ ਸਾਹਿਬ ਦੇ ਘਰ 34 ਸਾਲ ਬਾਅਦ ਪੁੱਤ ਹੁੰਦਾ ਏ, ਮਹਾਰਾਜ ਉਦਣ ਵੀ ਨਹੀਂ ਹੱਸੇ, ਉਦਣ ਵੀ ਨਹੀਂ ਮੁਸਕਰਾਏ। ਕਮਾਲ ਦੀ ਗੱਲ ਹੈ, ਸੱਚ ਜਾਣਿਓ ਭਾਗਾਂ ਵਾਲਿਓ, ਸਾਰੀ ਜ਼ਿੰਦਗੀ ਮਹਾਰਾਜ ਵਿਰਾਗ 'ਚ ਰਹੇ। ਅੱਜ ਜਦੋਂ ਜਲਾਦ ਕਿਰਪਾਨ ਕੱਢ ਕੇ ਡਰਾਉਣ ਲੱਗਾ ਤੇ ਦੀਨ ਦੁਨੀਆ ਦੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਖਿੜਖੜਾ ਕੇ ਹੱਸ ਪਏ। ਮਹਾਰਾਜ ਕਹਿੰਦੇ ਉਹ ਜਲਾਦਾ, ਮੈਨੂੰ ਪਤਾ ਏ ਤੂੰ ਖਾਨਦਾਨੀ ਜਲਾਦ ਹੈ ਤੇ ਮੈਂ ਵੀ ਖਾਨਦਾਨੀ ਸ਼ਹੀਦ ਆ, ਖਾਨਦਾਨੀ ਸ਼ਹੀਦ, ਮੈਂ ਵੀ ਖਾਨਦਾਨੀ ਸ਼ਹੀਦ ਆ। ਮਹਾਰਾਜ ਉਸ ਜਲਾਦ ਨੂੰ ਕਹਿੰਦੇ ਉਹ ਜਲਾਦਾ, ਆ ਤੇਗ ਨਾਲ ਡਰਾ ਰਿਹਾ ਏ, ਆ ਤੇਗ ਨਾਲ ਡਰਾ ਰਿਹਾ ਏ। ਮੈਨੂੰ ਤੇ ਤੇਗ ਬਹਾਦਰੀ ਦਾ ਖਿਤਾਬ ਮਿਲਿਆ, ਤੇਗ ਬਹਾਦਰੀ ਦਾ, ਤੇਗ ਬਹਾਦਰੀ ਦਾ। ਜਦੋਂ ਚੌਥੀ ਜੰਗ ਜਿੱਤੀ ਨਾ, ਜਦੋਂ ਚੌਥੀ ਜੰਗ ਜਿੱਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸੀ ਬਹਾਦਰੇ ਤੇਗ, ਬਹਾਦਰੇ ਤੇਗ, ਇਹ ਲਕਬ ਦਿੱਤਾ ਸੀ, ਇਹ ਖਿਤਾਬ ਦਿੱਤਾ ਸੀ। ਜਿੱਦਾਂ ਸਰਦਾਰ ਹਰੀ ਸਿੰਘ ਨਲਵਾ, ਸਰਦਾਰ ਹਰੀ ਸਿੰਘ ਨਲਵਾ ਨਾਮ ਕੱਲਾ ਸਰਦਾਰ ਹਰੀ ਸਿੰਘ ਹੈ, ਪਰ ਨਲਵੇ ਦਾ ਖਿਤਾਬ ਪਤਾ ਕਦੋਂ ਮਿਲਿਆ? ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸਰਦਾਰ ਹਰੀ ਸਿੰਘ ਜੰਗਲ ਦੇ ਵਿੱਚ ਗਿਆ
ਭਾਗਾਂ ਵਾਲਿਓ, ਜੰਗਲ ਦੇ ਵਿੱਚ ਸ਼ੇਰ ਆਇਆ। ਉਹ ਸ਼ੇਰ ਮਹਾਰਾਜਾ ਰਣਜੀਤ ਸਿੰਘ ਤੇ ਦਹਾੜਨ ਲੱਗਾ ਸੀ ਤੇ ਜਿਉਂ ਹੀ ਸਰਦਾਰ ਹਰੀ ਸਿੰਘ ਨਲੂਏ ਨੇ ਸ਼ੇਰ ਵੇਖਿਆ, ਮਿਆਨ ਵਿੱਚੋਂ ਕਿਰਪਾਨ ਕੱਢੀ, ਇੱਕੋ ਹੀ ਵਾਰ ਕੀਤਾ ਸਰਦਾਰ ਹਰੀ ਸਿੰਘ ਨਲੂਏ ਨੇ ਸ਼ੇਰ ਤੇ ਸ਼ੇਰ ਦੀ ਧੌਣ ਕਿਤੇ ਹੈ ਤੇ ਧੜ ਕਿਤੇ ਹੈ, ਧੌਣ ਕਿਤੇ ਧੜ ਕਿਤੇ। ਤੇ ਮਹਾਰਾਜਾ ਰਣਜੀਤ ਸਿੰਘ ਨੇ ਪਤਾ ਕੀ ਕਿਹਾ? ਉਹ ਕਹਿੰਦਾ, ਜੇ ਮੈਂ ਅੱਜ ਜਿਉਂਦਾ ਆ ਤੇ ਇਹ ਹਰੀ ਸਿੰਘ ਨਲੂਏ ਦੀ ਬਦੌਲਤ ਆ, ਹਰੀ ਸਿੰਘ ਦੀ ਬਦੌਲਤ ਆ। ਇਹ ਬਹੁਤ ਬਹਾਦਰ ਹੈ, ਇਹਨੇ ਸ਼ੇਰ ਮਾਰਿਆ। ਅੱਜ ਤੋਂ ਇਹ ਕੱਲਾ ਹਰੀ ਸਿੰਘ ਨਹੀਂ, ਬਲਕਿ ਇਹਨੂੰ ਹਰੀ ਸਿੰਘ ਨਲਵਾ ਕਹਿਣਾ ਹੈ। ਨਲਵਾ, ਨਲਵੇ ਦਾ ਅਰਥ ਹੈ ਬਹਾਦਰ, ਤਾਕਤਵਰ, ਸਭ ਤੋਂ ਤਾਕਤਵਰ। ਔਰ ਬਹੁਤ ਤਾਕਤ ਸੀ ਜੀ ਸਰਦਾਰ ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ, ਜਰਨਲ ਜੋਰਾਵਰ ਸਿੰਘ, ਬਾਬਾ ਨਿਧਾਨ ਸਿੰਘ ਪੰਜ ਹੱਥਾ, ਭਾਈ ਬਘੇਲ ਸਿੰਘ, ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ। ਉਹ ਗੱਲ ਵੱਖਰੀ ਏ, ਅੱਜ ਅਸੀਂ ਇਹਨਾਂ ਜਰਨੈਲਾਂ ਨੂੰ ਭੁੱਲ ਬੈਠੇ ਹਾਂ। ਅੱਜ ਅਸੀਂ ਇਹਨਾਂ ਜਰਨੈਲਾਂ ਨੂੰ ਭੁੱਲ ਬੈਠੇ ਹਾਂ। ਮਾਣ ਕਰੋ, ਮਾਣ। ਅਸੀਂ ਉਹਨਾਂ ਜਰਨੈਲਾਂ ਦੇ ਵਾਰਸ ਹਾਂ ਜਿਨ੍ਹਾਂ ਨੇ ਕਿਸੇ ਸਮੇਂ ਪੂਰੀ ਦੁਨੀਆ ਤੇ ਰਾਜ ਕੀਤਾ, ਪੂਰੀ ਦੁਨੀਆ ਤੇ ਰਾਜ ਕੀਤਾ। ਹੁਣ ਧਿਆਨ ਦੇਣਾ ਸਾਧ ਸੰਗਤ, ਮਹਾਰਾਜ ਕਹਿੰਦੇ ਵੀ ਮੇਰੇ ਤੇ ਪਿਤਾ ਨੇ ਨਾ ਹੀ ਮੇਰਾ ਤੇਗ ਬਹਾਦਰ ਰੱਖਿਆ। ਬਹਾਦਰ ਏ ਤੇਗ, ਮੈਨੂੰ ਲਕਬ ਮਿਲਿਆ ਏ, ਮੈਨੂੰ ਜਿਹੜਾ ਏ ਇਹ ਲਕਬ ਮਿਲਿਆ ਏ ਤੇਗ ਬਹਾਦਰੀ ਦਾ, ਤੇ ਇਹ ਮੇਰੇ ਪਿਤਾ ਨੇ ਦਿੱਤਾ। ਇੱਕ ਬੇਨਤੀ ਕਰਾਂ ਜੀ, ਗੁਰੂ ਸਾਹਿਬ ਤੇਗ ਦੇ ਧਣੀ ਨੇ, ਗੁਰੂ ਤੇਗ ਬਹਾਦਰ ਮਹਾਰਾਜ। ਔਰ ਚੌਥੀ ਜੰਗ ਵਿੱਚ ਇੰਨੀ ਬਹਾਦਰੀ ਤੇ ਯੌਰ ਵਿਖਾਉਂਦੇ ਨੇ, ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣਾ ਪੈਂਦਾ ਹੈ ਬਹਾਦਰ ਏ ਤੇਗ, ਮੇਰਾ ਪੁੱਤਰ ਤੇਗ ਦਾ ਧਣੀ ਹੈ। ਪਰ ਕਮਾਲ ਦੀ ਗੱਲ ਹੈ, ਫੋਟੋ ਬਣਾਉਣ ਵਾਲਿਆਂ ਨੇ ਗੁਰੂ ਸਾਹਿਬ ਦੀ ਭਗਤੀ ਦੀਆਂ ਫੋਟੋਆਂ ਤੇ ਬਣਾ ਦਿੱਤੀਆਂ, ਪਰ ਮੈਂ ਅੱਜ ਤੱਕ ਇੱਕ ਵੀ ਫੋਟੋ ਗੁਰੂ ਤੇਗ ਬਹਾਦਰ ਮਹਾਰਾਜ ਦੀ ਐਸੀ ਨਹੀਂ ਵੇਖੀ ਜਿਹਦੇ ਵਿੱਚ ਮਹਾਰਾਜ ਨੇ ਹੱਥ ਵਿੱਚ ਕਿਰਪਾਨ ਫੜੀ ਹੋਵੇ, ਮਹਾਰਾਜ ਨੇ ਹੱਥ ਵਿੱਚ ਕਿਰਪਾਨ ਫੜੀ ਹੋਵੇ। ਔਰ ਹੋਣੀਆਂ ਚਾਹੀਦੀਆਂ ਜੀ, ਇੱਦਾਂ ਦੀਆਂ ਫੋਟੋਆਂ ਵੀ ਹੋਣੀਆਂ ਚਾਹੀਦੀਆਂ ਤਾਂ ਜੋ ਸਾਡੇ ਅੰਦਰ ਵੀ ਉਹ ਤਾਕਤ ਆਵੇ ਵੀ ਸਾਡੇ ਗੁਰੂ ਜੀ ਬਹਾਦਰ ਸੀ। ਹੁਣ ਧਿਆਨ ਦੇਣਾ, ਮਹਾਰਾਜ ਕਹਿੰਦੇ ਮੇਰਾ ਤੇ ਨਾਮ ਤੇਗ ਬਹਾਦਰ ਹੈ। ਤੇ ਭਾਗਾਂ ਵਾਲਿਓ, ਇੱਥੇ ਕਿਸੇ ਵਿਦਵਾਨ ਨੇ ਬੜੀਆਂ ਸੋਹਣੀਆਂ ਲਾਈਨਾਂ ਲਿਖੀਆਂ। ਮਹਾਰਾਜ ਉਹਨੂੰ ਜਲਾਦ ਨੂੰ ਕਹਿੰਦੇ ਨੇ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ। ਮੈਨੂੰ ਲੱਗਿਆ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨਹੀਂ ਸਕਦੀਆਂ ਖਲੋ ਤੇਗਾਂ। ਮੈਂ ਤੇ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਮੈਂ ਤੇ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ। ਮੇਰੇ ਬਾਪੂ ਨੇ ਪਹਿਨੀਆਂ 2 ਤੇਗਾਂ, ਮੀਰੀ ਤੇ ਪੀਰੀ। ਮੈਂ ਤੇ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਮੇਰੇ ਬਾਪੂ ਨੇ ਪਹਿਨੀਆਂ 2 ਤੇਗਾਂ। ਉਹ ਮੇਰੇ ਪਿਓ ਦੀ ਅਣਖ ਬਹਾਦਰੀ ਤੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੇਰੇ ਪਿਓ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ। ਇਹਨਾਂ ਤੇਗਾਂ ਦੇ ਵਿੱਚੋਂ ਇੱਕ ਤੇਗ ਨਿਕਲੂ, ਲੱਖਾਂ ਲਊਗੀ ਤੇਰੀਆਂ ਖੋ ਤੇਗਾਂ, ਲੱਖਾਂ ਲਊਗੀ ਤੇਰੀਆਂ ਖੋ ਤੇਗਾਂ। ਭਾਗਾਂ ਵਾਲਿਓ, ਮੈਂ ਬੇਨਤੀ ਕਰਾਂ, ਦਾਸ ਦੇ ਕੇਵਲ 2 ਮਿੰਟ ਬਾਕੀ ਨੇ। ਕਹਿੰਦੇ ਨੇ ਉਸ ਜਲਾਦ ਨੇ ਵਾਰ ਕੀਤਾ ਤੇ ਗੁਰੂ ਸਾਹਿਬ ਦੀ ਜੋ ਗਰਦਨ ਹੈ, ਜੋ ਮਹਾਰਾਜ ਦਾ ਸੀਸ ਹੈ, ਉਹ ਧੜ ਤੋਂ ਅਲੱਗ ਕਰ ਦਿੱਤਾ। ਭਾਗਾਂ ਵਾਲਿਓ, ਭਾਵੇਂ ਹਿੰਦੂ ਧਰਮ ਦੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ, ਸਾਡੇ ਸਿਧਾਂਤ ਨਹੀਂ ਮਿਲਦੇ, ਪਰ ਸਤਿਗੁਰੂ ਪਾਤਸ਼ਾਹ ਨੇ ਉਸ ਧਰਮ ਨੂੰ ਬਚਾਉਣ ਵਾਸਤੇ, ਇਨਸਾਨੀਅਤ ਨੂੰ ਬਚਾਉਣ ਵਾਸਤੇ, ਕਿਉਂਕਿ ਮਹਾਰਾਜ ਨੇ ਕਿਹਾ ਧੌਲ ਧਰਮ ਦਇਆ ਕਾ ਪੂਤ। ਧਰਮੀ ਵੀ ਉਹ ਹੈ ਜਿਹਦੇ ਅੰਦਰ ਇਨਸਾਨੀਅਤ ਹੈ, ਜਿਹਦੇ ਅੰਦਰ ਦਇਆ ਨਹੀਂ, ਇਨਸਾਨੀਅਤ ਨਹੀਂ, ਉਹ ਧਰਮੀ ਨਹੀਂ। ਤੇ ਸਤਿਗੁਰੂ ਪਾਤਸ਼ਾਹ ਨੇ ਇਨਸਾਨੀਅਤ ਨੂੰ, ਦਇਆ ਨੂੰ, ਲੋਕਾਈ ਨੂੰ ਬਚਾਉਣ ਵਾਸਤੇ ਇੱਕ ਕੁਰਬਾਨੀ ਦਿੱਤੀ। ਮੈਂ ਬੇਨਤੀ ਕਰਾਂ, ਨਾਲ ਹੀ ਇਹ ਹੁਕਮ ਹੋਇਆ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜਾ ਸਰੀਰ ਹੈ, ਇਹਦੇ 4 ਟੁਕੜੇ ਕਰਕੇ ਦਿੱਲੀ ਦੇ 4 ਦਰਵਾਜ਼ਿਆਂ ਤੇ ਟੰਗ ਦਿਓ
ਤਾਂ ਜੋ ਇਹਨਾਂ ਦੀ ਸ਼ਹੀਦੀ ਨੂੰ ਵੇਖ ਕੇ ਸਮੁੱਚੀ ਲੋਕਾਈ ਦੀ ਰੂਹ ਕੰਬ ਜਾਵੇ ਤੇ ਅੱਗੇ ਤੋਂ ਕੋਈ ਕਿਸੇ ਕੌਮ ਦਾ ਆਗੂ ਬਣ ਕੇ ਅੱਗੇ ਨਾ ਲੱਗੇ, ਕੋਈ ਕਿਸੇ ਕੌਮ ਦੀ ਜ਼ਿੰਮੇਵਾਰੀ ਨਾ ਚੁੱਕੇ। ਹੁਣ ਧਿਆਨ ਦੇਣਾ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਜਿਹੜੇ ਸਰੀਰ ਨੇ, ਬੜੇ ਧਿਆਨ ਦੇ ਨਾਲ, ਬੜੀ ਫੁਰਤੀ ਦੇ ਨਾਲ ਭਾਈ ਜੈਤਾ ਜੀ ਨੇ ਸਰੀਰ ਉੱਥੋਂ ਚੁੱਕੇ ਤੇ ਜਮਣਾ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੇ। ਹੁਣ ਜਿਹੜਾ ਹਾਕਮ ਸੀ ਉਹ ਕਹਿੰਦਾ ਸੀ ਵੀ ਗੁਰੂ ਸਾਹਿਬ ਦਾ ਜਿਹੜਾ ਧਾੜ ਹੈ, ਸੀਸ ਹੈ, ਕਿਤੇ ਜਾਣ ਨਹੀਂ ਦੇਣਾ। ਭਾਈ ਲੱਖੀ ਸ਼ਾਹ ਵਣਜਾਰਾ ਜਿਹੜਾ ਨਾਰਨੌਲ ਤੋਂ ਦਿੱਲੀ ਆ ਰਿਹਾ ਹੈ, 1000 ਗੱਡੇ ਚੱਲਦੇ ਨੇ, ਬਹੁਤ ਅਮੀਰ ਹੈ ਭਾਈ ਲੱਖੀ ਸ਼ਾਹ ਵਣਜਾਰਾ, ਬਹੁਤ ਅਮੀਰ ਹੈ। ਅਸੀਂ ਕਹਿੰਦੇ ਨਾ ਹਿੰਦੁਸਤਾਨ ਦੇ ਸਭ ਤੋਂ ਅਮੀਰ ਬੰਦੇ ਨੇ ਅੰਬਾਨੀ ਤੇ ਅਡਾਨੀ, ਪਰ ਮੈਂ ਬੇਨਤੀ ਕਰਾਂ ਕੋਈ ਪੈਸਿਆਂ ਨਾਲ ਅਮੀਰ ਨਹੀਂ ਹੁੰਦਾ, ਅਮੀਰੀ ਦਿਲ ਦੀ ਹੁੰਦੀ ਹੈ ਭਾਗਾਂ ਵਾਲਿਓ, ਅਮੀਰੀ ਦਿਲ ਦੀ, ਅਮੀਰੀ ਦਿਲ ਦੀ ਹੁੰਦੀ ਹੈ। ਮੈਂ ਬੇਨਤੀ ਕਰਾਂ ਇੱਕ ਅਰਬਾਪਤੀ ਬੰਦਾ ਜਿਹੜਾ ਮਹਿਲਾਂ 'ਚ ਰਹਿੰਦਾ ਏ ਉਹ ਵੀ ਕੰਗਾਲ ਹੋ ਸਕਦਾ ਏ, ਤੇ ਜਿਹੜਾ ਦਿਲ ਤੋਂ ਅਮੀਰ ਹੈ ਉਹ ਕੁੱਲੀ ਵਿੱਚ ਬਹਿ ਕੇ ਵੀ ਬਾਦਸ਼ਾਹ ਹੈ, ਕੁੱਲੀ ਵਿੱਚ ਰਹਿ ਕੇ ਵੀ ਰਾਜਾ ਹੈ। ਤੇ ਸਾਧ ਸੰਗਤ, ਭਾਈ ਹੇਮਾ, ਭਾਈ ਹਾੜੀ, ਭਾਈ ਨਗਾਹੀਆ, ਇਹ ਭਾਈ ਲੱਖੀ ਸ਼ਾਹ ਵਣਜਾਰੇ ਦੇ ਪੁੱਤ ਨੇ, ਤੇ ਭਾਈ ਊਦਾ, ਭਾਈ ਨਾਨੂ, ਭਾਈ ਜੈਤਾ ਇਹਨਾਂ ਨੂੰ ਮਿਲੇ ਨੇ ਤੇ ਦੱਸਿਆ ਵੀ ਆਪਾਂ ਚਾਂਦਨੀ ਚੌਂਕ 'ਚੋਂ ਗੁਰੂ ਸਾਹਿਬ ਦਾ ਧੜ ਤੇ ਸੀਸ ਚੁੱਕਣਾ ਹੈ। ਔਰ ਜਦੋਂ ਗੱਡੇ ਆਏ, ਭੀੜ ਪੈ ਗਈ, ਹਫੜਾ ਦਫੜੀ ਮੱਚ ਗਈ, ਬੜੀ ਫੁਰਤੀ ਦੇ ਨਾਲ ਭਾਈ ਜੈਤਾ ਜੀ, ਭਾਈ ਲੱਖੀ ਸ਼ਾਹ ਵਣਜਾਰਾ ਜੀ ਗੁਰੂ ਸਾਹਿਬ ਦਾ ਧੜ ਸੰਭਾਲਿਆ, ਗੁਰੂ ਸਾਹਿਬ ਦਾ ਸੀਸ ਸੰਭਾਲਿਆ। ਹੁਣ ਧੜ ਭਾਈ ਲੱਖੀ ਸ਼ਾਹ ਵਣਜਾਰਾ ਜੀ ਲੈ ਗਏ ਆਪਣੇ ਨਾਲ। ਅਰਬਾਂ ਦਾ ਮਹਿਲ ਸੀ, ਅਰਬਾਂ ਦਾ ਮਹਿਲ, ਅਰਬਾਂ ਦਾ ਘਰ ਸੀ ਭਾਈ ਲੱਖੀ ਸ਼ਾਹ ਵਣਜਾਰੇ ਦਾ। ਵੇਖੋ ਪਿਆਰ, ਅਸੀਂ ਤੇ ਗੁਰਦੁਆਰੇ ਆਟੇ ਦੀ ਬੋਰੀ ਚੜਾ ਕੇ ਕਹਿੰਦੇ ਜੀ ਮੈਂ ਆਟਾ ਚੜਾਇਆ। 100 ਰੁਪਇਆ ਗੋਲਕ 'ਚ ਪਾਉਣਾ ਹੋਵੇ ਨਾ ਤਾਂ ਸਾਹ ਉੱਥੋਂ ਹੀ ਕੱਢ ਲੈਂਦੇ ਵੀ ਸਾਰਿਆਂ ਨੂੰ ਪਤਾ ਲੱਗੇ ਵੀ ਬਾਕੀਆਂ 10 ਚੜਾਏ ਤੇ ਮੈਂ 100 ਚੜਾਇਆ। ਬਹੁਤ ਅਸੀਂ ਅਹਿਸਾਨ ਕਰਦੇ ਹਾਂ ਜੀ। ਆ ਪਿੱਛੇ ਜੇ ਨਾ ਦਾਸ ਦੀ ਡਿਊਟੀ ਹੈ ਪਟਿਆਲੇ, ਤੇ ਪਿੱਛੇ ਜੇ ਇੱਕ ਪਿੰਡ ਤੋਂ ਮੈਨੂੰ ਫੋਨ ਆਇਆ ਵੀ ਫਲਾਣਾ ਬੰਦਾ ਗੁਰਦੁਆਰੇ 'ਚ ਮਨਮਤ ਕਰਨ ਲੱਗਾ। ਮੈਂ ਉਹਨੂੰ ਫੋਨ ਲਾ ਕੇ ਮੈਂ ਕਿਹਾ ਭਾਈ ਸਾਹਿਬ ਜੀ ਤੁਸੀਂ ਆਹ ਕੰਮ ਗੁਰੂ ਘਰ 'ਚ ਕਿਉਂ ਕਰਨ ਲੱਗੇ ਹੋ? ਤੁਹਾਡਾ ਕੋਈ ਹੱਕ ਨਹੀਂ ਇਹ ਕੰਮ ਗੁਰੂ ਘਰ 'ਚ ਕਰਨ ਦਾ। ਕਹਿੰਦਾ ਕਿਉਂ ਨਹੀਂ ਜੀ? ਮੈਂ ਜਦੋਂ ਗੁਰੂ ਘਰ ਦਾ ਲੈਂਟਰ ਪਿਆ ਮੈਂ ਲੱਖ ਰੁਪਈਆ ਦਿੱਤਾ, ਮੈਂ ਗੁਰੂ ਘਰ 'ਚ ਆਹ ਦਿੱਤਾ, ਮੈਂ ਗੁਰੂ ਘਰ 'ਚ ਉਹ ਦਿੱਤਾ। ਵੇਖੋ ਭਾਗਾਂ ਵਾਲਿਓ, ਅਸੀਂ ਦੇ ਕੇ ਜਨਾਉਂਦੇ ਆ ਵੀ ਅਸੀਂ ਆਹ ਦਿੱਤਾ, ਅਸੀਂ ਉਹ ਦਿੱਤਾ। ਨਹੀਂ, ਅਸੀਂ ਕੌਣ ਹੁੰਦੇ ਆ ਦੇਣ ਵਾਲੇ? ਅਸੀਂ ਤੇ ਖੁਦ ਗੁਰੂ ਦੇ ਦਰ ਦੇ ਮੰਗਤੇ ਆ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਇੱਕ ਦਾਤਾ ਸਭ ਮੰਗਤੇ, ਇੱਕੋ ਦੇਵਨਹਾਰ। ਤੇ ਮੈਂ ਬੇਨਤੀ ਕਰਾਂ, ਲੱਖੀ ਸ਼ਾਹ ਵਣਜਾਰੇ ਨੇ, ਭਾਈ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਜਿਹੜਾ ਅਰਬਾਂ ਦਾ ਮਹਿਲ ਸੀ ਉਹਨੂੰ ਅੱਗ ਲਾ ਦਿੱਤੀ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕਰਨ ਵਾਸਤੇ। ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਬਾਗਪਤ ਪਹਿਲਾ ਪੜਾ, ਤਰਾਵੜੀ ਦੂਜਾ ਪੜਾ, ਅੰਬਾਲੇ ਤੀਜਾ ਪੜਾ, ਨਾਭਾ ਸਾਹਿਬ ਚੌਥਾ ਪੜਾ, ਕੀਰਤਪੁਰ ਪੰਜਵਾਂ ਪੜਾ ਤੇ ਆਨੰਦਪੁਰ ਸਾਹਿਬ ਛੇਵਾਂ ਪੜਾ। ਭਾਈ ਜੈਤਾ ਜੀ ਮਹਾਰਾਜ ਦਾ ਸੀਸ ਲੈ ਕੇ ਕੀਰਤਪੁਰ ਪਹੁੰਚੇ। ਮਾਤਾ ਗੁਜਰ ਕੌਰ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਅਰਦਾਸ ਕਰਦੇ ਨੇ ਮੇਰੇ ਪਤੀ ਦੀ ਨਿਭਾਈ ਏ, ਮੇਰੀ ਵੀ ਨਿਭਾਵੇ। ਡੋਲੇ ਨਹੀਂ ਮਾਤਾ ਗੁਜਰੀ ਕੌਰ, ਮਾਤਾ ਗੁਜਰ ਕੌਰ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਅਰਦਾਸ ਕਰਦੇ ਨੇ ਤੇ ਭਾਗਾਂ ਵਾਲਿਓ ਮਹਾਰਾਜ ਭਾਈ ਜੈਤੇ ਨੂੰ ਗਲ ਨਾਲ ਲਾ ਕੇ ਕਹਿੰਦੇ ਨੇ ਰੰਗਰੇਟਾ ਗੁਰੂ ਕਾ ਬੇਟਾ। ਮਾਰੇ ਕਹਿੰਦੇ ਤੂੰ ਬਹੁਤ ਵੱਡਾ ਕਾਰਜ ਕੀਤਾ। ਰੰਗਰੇਟਾ ਗੁਰੂ ਕਾ, ਭਾਵੇਂ 4 ਫਰਜ਼ੰਦ ਨੇ ਪਰ 4 ਨਾਲੋਂ ਪਹਿਲਾਂ ਜੇ ਕਿਸੇ ਨੂੰ ਪੁੱਤਰ ਕਿਹਾ ਤੇ ਉਹ ਰੰਗਰੇਟੇ ਨੂੰ ਕਿਹਾ। ਮੈਂ ਤੇ ਕਹਿੰਦਾ ਉਹਨਾਂ 4 ਨਹੀਂ, ਕਲਗੀਧਰ ਦੇ 5 ਪੁੱਤ ਸੀ, 5, 4 ਸਾਹਿਬਜ਼ਾਦੇ ਤੇ 5ਵੇਂ ਸਾਹਿਬਜ਼ਾਦੇ ਨੇ ਭਾਈ ਜੈਤਾ ਜੀ, ਜਿਨ੍ਹਾਂ ਨੂੰ ਮਾਰੇ ਗਲ ਨਾਲ ਲਾ ਕੇ ਕਹਿੰਦੇ ਰੰਗਰੇਟਾ ਗੁਰੂ ਕਾ ਬੇਟਾ। ਸੋ ਸਾਧ ਸੰਗਤ, ਅੱਜ ਸਤਿਗੁਰੂ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਆਨੰਦਪੁਰ ਮਹਾਰਾਜ ਦੇ ਸੀਸ ਦਾ ਸੰਸਕਾਰ ਹੋਇਆ, ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ। सतगुरु पातशाह जी दे पाए हुए पूर्णिया ते चलिए। हम जब भी तुम्हारे दर पे गए, हाथों में लेके फूल गए, वो फिरना हर्षु मक्के का, वो गिरना रुकते पर्वत का, हर बात तुम्हारी याद रही, पैगाम तुम्हारा भूल गए, पैगाम तुम्हारा भूल गए। पालकी ते फुल बड़े सोहने लगे सी, सजावट बड़ी सोहनी होई सी, लंगरां च की सी, सारा कुछ चेते रह जाना, पर जे भुल जांदा है वो गुरु दा उपदेश, वो गुरु दी सिक्ख्या भुल जांदी है। सो सतगुरु पातशाह किरपा करन, गुरु साहब दे पाए हुए पूर्णिया ते चलिए, सोहना जीवन बनाइए, चढ़दी कला च रहिए, किसी तरह की कोई चिंता नहीं करनी। ये जिंदगी दोबारा नहीं मिलनी, एक बारी जिंदगी मिलीए, एक बारी इनू सुखा नाल जीवीए, चढ़दी कला नाल जीवीए, आनंद च रहिए। भागां वालिओ, रब दी भगती करिए, परमात्मा दी भगती करिए। चिंता ओनू है
ਉਹਨੇ ਆਪੇ ਹੀ ਸਾਡੇ ਸਾਰੇ ਕਾਰਜ ਸਵਾਰ ਦੇਣੇ ਨੇ। ਤੇ ਮੈਂ ਬੇਨਤੀ ਕਰਾਂ, ਜਿੱਥੇ ਅੱਜ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਉੱਥੇ ਇੱਕ ਬੇਨਤੀ ਕਰਾਂਗਾ। ਪਿਛਲੇ 1 ਸਾਲ ਤੋਂ ਕਿਸਾਨ ਦਿੱਲੀ ਦੀ ਧਰਤੀ ਤੇ ਬੈਠੇ ਸੀ। ਗੁਰੂ ਨੇ ਪੱਤ ਰੱਖ ਲਈ ਜੀ, ਜਿਸ ਪੱਤ ਰੱਖਿਆ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਏ, ਉਹ ਮੋਰਚਾ ਅਸੀਂ ਜਿੱਤ ਗਏ ਆ। ਤੇ ਮੈਂ ਬੇਨਤੀ ਕਰਾਂ, 2 ਦਾਤਾਂ ਨੇ, 2 ਦਾਤਾਂ ਜਿਨ੍ਹਾਂ ਨੇ ਇਹ ਮੋਰਚਾ ਫਤਿਹ ਕਰਵਾਇਆ, ਇੱਕ ਬਾਬੇ ਦੀ ਬਾਣੀ ਤੇ ਦੂਜਾ ਬਾਬੇ ਦਾ ਲੰਗਰ। ਜੇ ਇਹ 2 ਚੀਜ਼ਾਂ ਨਾ ਹੁੰਦੀਆਂ ਤੇ ਕਦੀ ਮੋਰਚਾ ਜਿੱਤਿਆ ਨਹੀਂ ਸੀ ਜਾਣਾ, ਕਦੀ ਨਹੀਂ ਸੀ ਜਿੱਤਿਆ। ਜਦੋਂ 2004-05 ਵਿੱਚ MP, ਬਿਹਾਰ, ਯੂਪੀ ਇਹਨਾਂ ਦੀ MSP ਖਤਮ ਕੀਤੀ ਸੀ, ਇਹ ਵੀ ਦਿੱਲੀ ਗਏ ਸੀ, ਇਹ ਵੀ ਦਿੱਲੀ ਗਏ ਸੀ। 2-3 ਦਿਨ ਰਹੇ, ਜਦੋਂ ਖਾਣ ਨੂੰ ਰੋਟੀ ਨਹੀਂ ਮਿਲੀ, ਖਾਣ ਨੂੰ ਪ੍ਰਸ਼ਾਦਾ ਨਹੀਂ ਮਿਲਿਆ, ਵਾਪਸ ਆ ਗਏ। ਤੇ ਮੈਂ ਬੇਨਤੀ ਕਰਾਂ ਸਾਧ ਸੰਗਤ, ਉਹ ਪੰਜਾਬ ਦੇ ਕਿਸਾਨ ਗੁਰੂ ਨਾਨਕ ਦੇ ਕਿਰਤੀ, ਉਹਨਾਂ ਦੀ ਜਿੱਤ ਹੋਈ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ, ਗੁਰ ਕਲਗੀਧਰ ਮਹਾਰਾਜ ਦੀ ਕਿਰਪਾ ਨਾਲ, ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਦੇ ਨਾਲ। ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਚੜ੍ਹਦੀ ਕਲਾ 'ਚ ਰਹੀਏ, ਬਾਣੀ ਪੜ੍ਹੀਏ, ਰੱਬ ਦੀ ਭਗਤੀ ਕਰੀਏ, ਪਰਮਾਤਮਾ ਦੀ ਭਗਤੀ ਕਰੀਏ। ਭਾਗਾਂ ਵਾਲਿਓ, ਹਰ ਵੇਲੇ ਚਿੰਤਾ ਮੁਕਤ ਰਹੀਏ, ਦੁਬਾਰਾ ਜ਼ਿੰਦਗੀ ਨਹੀਂ ਮਿਲਣੀ। ਧੰਨਵਾਦ ਸਾਰੀਆਂ ਰੱਬ ਵਰਗੀਆਂ ਸੰਗਤਾਂ ਦਾ, ਜਿੰਨੇ ਵੀ ਮਾਈ ਭਾਈ ਤੁਸੀਂ ਹਾਜ਼ਰੀਆਂ ਭਰ ਰਹੇ ਹੋ। ਧੰਨਵਾਦ ਪ੍ਰਬੰਧਕਾਂ ਦਾ, ਧੰਨਵਾਦ ਗੁਰੂ ਘਰ ਦੇ ਸਮੂਹ ਵਜ਼ੀਰ ਸਾਹਿਬਾਨਾਂ ਦਾ, ਸਭ ਤੋਂ ਵੱਡਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਤੇ ਮੈਂ ਉਹਨਾਂ ਪਰਿਵਾਰਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਹਰ ਵਾਰੀ ਪ੍ਰਸ਼ਾਦੇ ਪਾਣੀ ਦੁਆਰਾ ਸੇਵਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਤੇ ਧੰਨਵਾਦ ਗੁਰੂ ਗੋਬਿੰਦ ਸਿੰਘ ਸੇਵਕ ਜੱਥਾ ਮੁੰਬਈ, ਜਿਹੜੇ ਬਹੁਤ ਸੋਹਣਾ ਉਪਰਾਲਾ ਕਰਦੇ ਨੇ। ਸਾਰੇ ਨੌਜਵਾਨ ਵੀਰ ਨੇ, ਕੋਈ ਖਤਰਾ ਨਹੀਂ ਜੀ ਸਾਡੀ ਕੌਮ ਨੂੰ। ਚੜ੍ਹਦੀ ਕਲਾ 'ਚ ਸਾਡੀ ਕੌਮ ਚੜ੍ਹਦੀ ਕਲਾ 'ਚ ਰਹੇਗੀ ਜਿੰਨਾ ਚਿਰ ਇਹ ਨੌਜਵਾਨ ਸਿੱਖੀ ਨਾਲ ਜੁੜੇ ਨੇ। ਤੇ ਮੈਂ ਬੇਨਤੀ ਕਰਾਂ, ਥੋੜ੍ਹਾ ਸਮਾਂ ਪਹਿਲਾਂ ਲਗਭਗ 11 ਹਫ਼ਤੇ ਦਾਸ ਨੇ ਆਨਲਾਈਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਤਿਹਾਸ ਸੰਗਤ ਨਾਲ ਸਾਂਝਾ ਕੀਤਾ ਸੀ। ਤੇ ਆਲ ਵਰਲਡ ਦੇ ਵਿੱਚ, ਇੰਗਲੈਂਡ, ਕੈਨੇਡਾ, ਅਮਰੀਕਾ, ਬਹੁਤ ਸਾਰੀਆਂ ਯੂਰਪ ਕੰਟਰੀਆਂ ਦੇ ਵਿੱਚ ਵੀ ਸਿੱਖ ਸੰਗਤਾਂ ਨੇ, ਪੂਰੇ ਹਿੰਦੁਸਤਾਨ ਦੇ ਵਿੱਚੋਂ ਸਿੱਖ ਸੰਗਤਾਂ ਨੇ ਇਤਿਹਾਸ ਬੜੇ ਪਿਆਰ ਦੇ ਨਾਲ ਚੁਣਿਆ। ਜਿਹੜਾ ਫਾਈਨਲ ਕੁਇਜ਼ ਮੁਕਾਬਲਾ ਸੀ 5 ਦਸੰਬਰ ਨੂੰ ਹੋਇਆ, ਤੇ 13 ਵਿਨਰ ਜਿਹੜੇ ਨੇ ਉਹ ਚੁਣੇ ਗਏ ਨੇ। ਤੇ ਜਿਹੜਾ ਫਸਟ ਬੱਚਾ, ਮੇਰੇ ਖਿਆਲ ਨਾਮ ਉਹਦਾ ਅਗਮਜੋਤ ਹੈ, ਦਿੱਲੀ ਤੋਂ, ਛੋਟਾ ਜਿਹਾ ਬੱਚਾ, ਮੈਂ ਗੱਲ ਕਰਕੇ ਆਇਆ, ਮਨ ਬਹੁਤ ਖੁਸ਼ ਹੋਇਆ ਜੀ। 100 ਚੋਂ 100%, 100 ਚੋਂ 100% ਨੰਬਰ ਉਸ ਬੱਚੇ ਦੇ ਆਏ ਨੇ। ਉਹ ਬੱਚਾ ਦਿੱਲੀ ਦਾ ਰਹਿਣ ਵਾਲਾ। ਇਸੇ ਤਰ੍ਹਾਂ ਫਸਟ, ਸੈਕਿੰਡ, ਥਰਡ ਤੇ ਬਾਕੀ ਜਿਹੜੇ ਜਿਨ੍ਹਾਂ ਦੇ 99% ਆਏ ਨੇ, ਉਹ ਵੀ ਜਿਹੜੇ ਵਿਨਰ ਚੁਣੇ ਗਏ ਨੇ। ਤੇ ਭਾਗਾਂ ਵਾਲਿਓ, ਜੋ ਵੀ ਜਥੇ ਨੇ ਅਗਲਾ ਪ੍ਰੋਗਰਾਮ ਬਣਾਇਆ ਹੈ, ਉਹ ਭਾਈ ਜਸਵਿੰਦਰ ਸਿੰਘ ਜੀ ਆਪ ਜੀ ਨੂੰ ਦੱਸਣਗੇ। ਤੇ ਆਪਾਂ ਥੋੜ੍ਹਾ ਬਹੁਤਾ ਜਿਹੜਾ ਜੋ ਇੱਥੋਂ ਦੇ ਵਿਨਰ ਆਏ ਨੇ ਉਹਨਾਂ ਦਾ ਵੀ ਮਾਣ ਸਨਮਾਨ ਕਰਨਾ, ਤੇ ਜਿਹੜੇ ਦੂਰ ਰਹਿੰਦੇ ਨੇ ਉਹਨਾਂ ਨਾਲ ਵੀ ਆਪਾਂ ਥੋੜ੍ਹੀ ਬਹੁਤੀ ਗੱਲਬਾਤ ਜਿਹੜੀ ਹੈ ਉਹ ਨੈੱਟ ਦੇ ਜ਼ਰੀਏ ਕਰਨੀ ਹੈ। ਸੋ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੇਵਕ ਜੱਥਾ ਅਤੇ ਮੁੰਬਈ ਦੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਇੱਕ ਬੇਨਤੀ ਕਰਨ ਲੱਗਾ ਜੀ, ਇੱਕ ਬੇਨਤੀ ਧਿਆਨ ਦੇਣਾ। ਜਿਹੜੀ ਬੇਨਤੀ ਕਰਨ ਲੱਗਾ, ਅਕਸਰ ਮੈਂ ਬੇਨਤੀ ਕਰਦਾ ਹੁੰਨਾ, ਹਿਰਦੇ ਵਿੱਚ ਗੁਰਬਾਣੀ ਦੀ ਵਿਚਾਰ, ਧਿਆਨ ਦੇਣਾ ਜੀ। ਹਿਰਦੇ ਵਿੱਚ ਗੁਰਬਾਣੀ ਦੀ ਵਿਚਾਰ। ਅੱਜ ਐਵੇਂ ਹੀ ਕਹੀ ਜਾਂਦੇ ਆ ਜੀ ਸਿੱਖਾਂ ਨੂੰ ਖਤਰਾ ਹੈ ਜੀ, ਸਿੱਖਾਂ ਨੂੰ ਖਤਰਾ। ਕੋਈ ਖਤਰਾ ਨਹੀਂ। ਜੇ 3 ਚੀਜ਼ਾਂ ਸਾਡੇ ਕੋਲ ਹੈ, ਪੂਰੀ ਦੁਨੀਆ ਵੀ ਇੱਕ ਪਾਸੇ ਹੋ ਜਾਵੇ, ਸਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਉਹ ਕੀ? ਹਿਰਦੇ ਵਿੱਚ ਗੁਰਬਾਣੀ ਦੀ ਵਿਚਾਰ, ਸਿਰ ਦੇ ਉੱਤੇ ਦਸਤਾਰ, ਕੌਮ ਦਾ ਆਪਸੀ ਪਿਆਰ। ਜੇ ਇਹ 3 ਚੀਜ਼ਾਂ ਸਾਡੇ ਕੋਲ ਨੇ ਤੇ ਪੂਰੀ ਦੁਨੀਆ ਇੱਕ ਪਾਸੇ ਹੋ ਜਾਵੇ, ਸਾਡੀ ਕੌਮ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਤੇ ਇੱਕ ਮਨ ਵਿੱਚੋਂ ਭੁਲੇਖਾ ਕੱਢ ਦਈਏ ਜੀ, ਸਿੱਖ ਪਰਸਨੈਲਿਟੀਆਂ ਅੱਗੇ ਨਹੀਂ ਵੱਧ ਸਕਦੀਆਂ, ਸਿੱਖ ਪਰਸਨੈਲਿਟੀਆਂ ਤਰੱਕੀ ਨਹੀਂ ਕਰ ਸਕਦੀਆਂ। ਮੈਂ ਕਹਿੰਦਾ ਜਿੰਨੀ ਤਰੱਕੀ ਅੱਜ ਸਿੱਖ ਪਰਸਨੈਲਿਟੀ ਕਰ ਰਹੀ ਹੈ ਨਾ, ਓਨੀ ਤਰੱਕੀ ਕੋਈ ਹੋਰ ਨਹੀਂ ਕਰ ਰਿਹਾ। ਭਾਗਾਂ ਵਾਲਿਓ, ਇੰਗਲੈਂਡ ਨੇ ਦੁਨੀਆ ਤੇ ਰਾਜ ਕੀਤਾ ਹੈ, ਤੇ ਦੁਨੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਇੰਗਲੈਂਡ ਦੇ ਵਿੱਚ ਹੈ, ਜਿਹਨੂੰ ਆਕਸਫੋਰਡ ਯੂਨੀਵਰਸਿਟੀ ਕਿਹਾ ਜਾਂਦਾ ਹੈ। ਤੇ ਉਸ ਯੂਨੀਵਰਸਿਟੀ ਦੇ ਵਿੱਚ ਅੱਜ ਜਿਹੜਾ ਸਕਾਲਰਸ਼ਿਪ ਦਿੱਤਾ ਜਾਂਦਾ ਹੈ, ਉਹ ਡਾਕਟਰ ਮਨਮੋਹਨ ਸਿੰਘ ਦੇ ਨਾਮ ਤੇ ਦਿੱਤਾ ਜਾਂਦਾ ਹੈ। ਤੇ ਕੀ ਡਾਕਟਰ ਮਨਮੋਹਨ ਸਿੰਘ ਸਿੱਖ ਪਰਸਨੈਲਿਟੀ ਨਹੀਂ ਸੀ? ਕੈਨੇਡਾ ਦੇ ਡਿਫੈਂਸ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ, ਜਿਹੜੇ ਕੈਨੇਡਾ ਦੇ ਰੱਖਿਆ ਮੰਤਰੀ ਨੇ, ਉਹ ਸਰਦਾਰ ਨੇ, ਗੁਰਸਿੱਖ ਨੇ। ਕਿੰਨੀ ਤਰੱਕੀ ਕੀਤੀ। ਮੈਂ ਬੇਨਤੀ ਕਰਾਂ, ਇਸੇ ਤਰ੍ਹਾਂ ਸਰਦਾਰ ਜਗਮੀਤ ਸਿੰਘ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਨੇ ਕੈਨੇਡਾ ਦੇ ਵਿੱਚ, ਉਪ ਪ੍ਰਧਾਨ ਮੰਤਰੀ ਕਹਿ ਲਓ ਕੈਨੇਡਾ ਦੇ।
ਤੇ ਭਾਗਾਂ ਵਾਲਿਓ ਉਹ ਵੀ ਸਰਦਾਰ ਨੇ, ਉਹ ਗੁਰਸਿੱਖ ਦਮਾਲਾ ਸਜਾਉਂਦਾ, ਉੱਪਰੋਂ ਦੀ ਕਿਰਪਾਨ ਪਾ ਕੇ ਰੱਖਦਾ। ਕਿਉਂ ਸਾਨੂੰ ਭੁਲੇਖਾ ਪੈ ਗਿਆ ਵੀ ਸਿੱਖ ਪਰਸਨੈਲਿਟੀ ਤਰੱਕੀ ਨਹੀਂ ਕਰ ਸਕਦੀ, ਸਿੱਖ ਪਰਸਨੈਲਿਟੀ ਅੱਗੇ ਨਹੀਂ ਜਾ ਸਕਦੀ? ਮੈਂ ਬੇਨਤੀ ਕਰਾਂ, ਅੱਜ ਪੂਰੀ ਦੁਨੀਆ ਦਾ ਸਿੱਖਾਂ ਤੋਂ ਬਿਨਾਂ ਗੁਜ਼ਾਰਾ ਨਹੀਂ ਜੇ ਹੋ ਸਕਦਾ। ਔਰ ਪੂਰੀ ਦੁਨੀਆ ਕਹਿ ਰਹੀ ਹੈ, ਪੂਰੀ ਦੁਨੀਆ ਕਹਿ ਰਹੀ ਹੈ। ਕਹਿੰਦੇ ਬੜੇ ਅੰਦੋਲਨ ਵੇਖੇ, ਭੱਜ ਤੋੜ ਹੁੰਦੀ ਸੀ, ਅੱਗਾਂ ਲੱਗਦੀਆਂ ਸੀ, ਧੀਆਂ ਭੈਣਾਂ ਦੀ ਬੇਪਤੀ ਹੁੰਦੀ ਸੀ, ਪਰ ਕਹਿੰਦੇ ਪਹਿਲਾ ਅੰਦੋਲਨ ਵੇਖਿਆ ਸਿੱਖਾਂ ਦਾ ਜਿਹੜਾ ਸ਼ਾਂਤਮਈ ਚੱਲਿਆ, ਸ਼ਾਂਤਮਈ। ਔਰ ਕਰੋਨਾ ਕਾਲ ਵਿੱਚ ਹਰ ਦੇਸ਼ ਵਿੱਚ ਸਿੱਖਾਂ ਨੇ ਸੇਵਾ ਕੀਤੀ, ਆ ਮੁੰਬਈ ਦੀਆਂ ਸੰਗਤਾਂ ਨੇ ਸੇਵਾ ਕੀਤੀ। ਔਰ ਮੈਂ ਬੇਨਤੀ ਕਰਾਂ, ਅੱਜ ਹਰ ਦੇਸ਼ ਕਹਿੰਦਾ ਏ ਜੇ ਹਰ ਦੇਸ਼ ਵਿੱਚ ਸਿੱਖ ਹੋਵੇ, ਗੁਰਦੁਆਰਾ ਹੋਵੇ, ਉਹ ਦੇਸ਼ ਕਦੀ ਦੁਖੀ ਨਹੀਂ ਹੋ ਸਕਦਾ, ਦੇਸ਼ ਕਦੀ ਭੁੱਖਾ ਨਹੀਂ ਮਰ ਸਕਦਾ, ਉਹ ਦੇਸ਼ ਕਦੀ ਭੁੱਖਾ ਨਹੀਂ ਮਰ ਸਕਦਾ। ਸੋ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ। ਬਾਣੀ ਪੜ੍ਹੀਏ, ਰੱਬ ਦੀ ਭਗਤੀ ਕਰੀਏ, ਪਰਮਾਤਮਾ ਦੀ ਭਗਤੀ ਕਰੀਏ। ਆ ਜਿੰਨਾ ਸਿੱਖ ਭਾਈਚਾਰਾ ਮੁੰਬਈ ਦੀ ਧਰਤੀ 'ਤੇ ਰਹਿੰਦਾ ਹੈ ਨਾ, ਜੇ ਤੁਹਾਡਾ ਆਪਸੀ ਪਿਆਰ ਹੈ ਨਾ, ਤੇ ਸੱਚ ਜਾਣਿਓ ਭਾਗਾਂ ਵਾਲਿਓ, ਕੋਈ ਪਰਵਾਹ ਨਹੀਂ। ਕਹਿੰਦੇ ਪੱਤਾ ਪੱਤਾ ਹੋ ਜਾਵੇ ਕਬੀਲਦਾਰੀ, ਜਿੱਥੇ ਗੰਢ ਇਤਫਾਕ ਦੀ ਖੁੱਲ੍ਹ ਜਾਵੇ, ਉਹ ਧਰਮ ਦੁਨੀਆ ਤੋਂ ਖਤਮ ਹੋ ਜਾਂਦਾ। ਜਿਹੜਾ ਧਰਮ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਦੁਨੀਆ ਤੋਂ ਖਤਮ ਹੋ ਜਾਂਦੀ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਸੋ ਅਗਲਾ ਪ੍ਰੋਗਰਾਮ ਜਿਹੜਾ ਉਹ ਵੀਰ ਜੀ ਹੋਣੀ ਆਪ ਜੀ ਨੂੰ ਦੱਸਣਗੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ। ਕਥਾ ਕਰਦਿਆਂ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਮਾफ़ ਕਰ ਦੇਣੀਆਂ। ਚੜ੍ਹਦੀ ਕਲਾ 'ਚ ਰਹੋ, ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਕਰਨੀ। ਜ਼ਿੰਦਗੀ ਬਾਰ-ਬਾਰ ਨਹੀਂ ਮਿਲਣੀ, ਇੱਕ ਵਾਰੀ ਮਿਲੀ ਹੈ, ਖੁਸ਼ ਰਹੋ, ਆਨੰਦ 'ਚ ਰਹੋ। ਤੇ ਇਹ ਆਨੰਦ, ਇਹ ਖੁਸ਼ੀ, ਇਹ ਚੜ੍ਹਦੀ ਕਲਾ, ਇਹ ਸਾਨੂੰ ਗੁਰੂ ਕੋਲੋਂ ਮਿਲਣੀ। ਕਹਿੰਦੇ ਜੇ ਭੋਜਨ ਖਾ ਕੇ ਖੂਨ ਨਹੀਂ ਨਾ ਬਣਦਾ, ਧਿਆਨ ਦੇਣਾ, ਆ ਗੱਲ ਕਹਿ ਕੇ ਫਤਿਹ ਬੁਲਾਓ। ਜੇ ਭੋਜਨ ਖਾ ਕੇ ਖੂਨ ਨਹੀਂ ਬਣਦਾ ਤੇ ਸਮਝ ਲੈਣਾ ਤਨ ਰੋਗੀ ਏ। ਤੇ ਜੇ ਬਾਣੀ ਪੜ੍ਹ ਕੇ ਆਨੰਦ ਨਹੀਂ ਆਇਆ, ਚੜ੍ਹਦੀ ਕਲਾ ਨਹੀਂ ਆਈ, ਸੁੱਖ ਨਹੀਂ ਆਏ, ਚਿੰਤਾ ਖਤਮ ਨਹੀਂ ਹੋਈ, ਤੇ ਸਮਝ ਲੈਣਾ ਮਨ ਰੋਗੀ ਏ, ਸਮਝ ਲੈਣਾ ਮਨ ਰੋਗੀ ਹੈ। ਵੀ ਫਿਰ ਬਾਣੀ ਮਨ ਕਰਕੇ ਨਹੀਂ ਪੜ੍ਹੀ ਜਾਂਦੀ। ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਭੁੱਲ ਗਲਤੀ ਦੀ ਖਿਮਾ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।